ਵਾਹਿਗੁਰੂ ਜੀ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁੱਤੀ ਮਹਾ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨ ਕੋਈ। ਜਾਂ ਕਰਤਾ ਸੇਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਵਾਹਿਗੁਰੂ ਜੀ। ਵਿਚਾਰ ਸ਼ੁਰੂ ਕਰੀਏ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਇਹ ਜਿਹੜੇ ਸੰਸਾਰੀ ਕਰਮ ਵਿਸ਼ੇਸ਼ ਕਰੇ ਜਾਂਦੇ ਮਨੁੱਖ ਦੁਆਰਾ, ਖਾਸ ਕਰਕੇ ਪੰਡਿਤ ਦੁਆਰਾ। ਤੀਰਥਾਂ ਦੀ ਯਾਤਰਾ, ਤਪ ਕਰਨੇ, ਤਪ ਕਰਨ ਖਾਤਰ ਕਹਿਣਾ ਲੋਕਾਂ ਨੂੰ, ਯਾਨੀ ਯਾਤਨਾਵਾਂ ਸਹਿਣੀਆਂ। ਦਇਆ, ਸੋ ਕਾਲਡ ਦਇਆ ਕਰਨੀ। ਦਇਆ ਤਾਂ ਵੈਸੇ ਬਹੁਤ ਚੰਗੀ ਗੱਲ ਹੈ, ਪਰ ਸੋ ਕਾਲਡ ਦਇਆ ਜਿਹੜੀ ਜਿੱਕਣ ਜੂਆਂ ਪੈ ਜਾਣ ਤੇ ਨਹਾਉਣਾ ਨਹੀਂ ਹੁੰਦਾ ਵੀ ਭਾਈ ਜੀਵ ਮਰਦੇ ਆ, ਉਹ ਦਇਆ। ਦਤ ਦਾਨ, ਪੁੰਨ ਦਾਨ। ਇਹ ਜੋ ਕੁਛ ਵੀ ਬੰਦਾ ਕਰਦਾ ਹੈ, ਇਹਨਾਂ ਦਾ ਇੱਕ ਤਿਲ ਜਿੰਨਾ ਮਾਣ ਵਡਿਆਈ ਇਹਨਾਂ ਦੀ ਹੁੰਦੀ ਹੈ ਦਰਗਾਹ ਵਿੱਚ। ਸੰਸਾਰ ਵਿੱਚ ਬਹੁਤ ਹੁੰਦੀ ਹੈ, ਪਰ ਦਰਗਾਹ ਦੇ ਵਿੱਚ ਬਿਲਕੁਲ ਨਹੀਂ ਹੁੰਦੀ। ਸੁਣਿਆ ਮੰਨਿਆ ਮਨ ਕੀਤਾ ਭਾਉ। ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ, ਪਹਿਲਾਂ ਮੈਂ ਸੁਣਿਆ, ਫਿਰ ਮੰਨ ਲਿਆ, ਫਿਰ ਮਨ ਵਿੱਚ ਪ੍ਰੇਮ ਕਰਿਆ। ਉਹੀ ਸੁਣਨੇ ਦੀਆਂ ਪੌੜੀਆਂ, ਫਿਰ ਮੰਨਣ ਦੀਆਂ, ਫਿਰ ਮਨ ਵਿੱਚ ਉਹਨੂੰ ਵਸਾ ਲਿਆ, ਪ੍ਰੇਮ ਕਰਿਆ। ਅੰਤਰਗਤ ਤੀਰਥ ਮਲ ਨਾਉ। ਕਹਿੰਦੇ ਭਾਈ ਨਤੀਜਾ ਇਹੀ ਨਿਕਲਿਆ ਵੀ ਅੰਦਰੇ ਤੀਰਥ ਹੈ, ਮੈਂ ਉਹਦੇ 'ਚ ਮਲ ਮਲ ਕੇ ਨਹਾਉਣਾ। ਬਾਹਰ ਦੇ ਤੀਰਥਾਂ ਪਰ ਮੈਲ ਨਹੀਂ ਉਤਰਦੀ, ਸਰੀਰ ਦੀ ਵੀ ਨਹੀਂ ਉਤਰਦੀ, ਕੇਵਲ ਡੁਬਕੀ ਲਾਉਣ ਦਿੰਦੇ ਹੋ, ਮਲਣ ਵੀ ਨਹੀਂ ਦਿੰਦੇ ਹੈ। ਜਿਹੜਾ ਅੰਦਰ ਤੀਰਥ ਹੈ ਨਾਮ ਵਾਲਾ, ਤੀਰਥ ਨਾਮਨ ਜਾਉ, ਤੀਰਥ ਨਾਮ ਹੈ। ਤੀਰਥ ਹਮਰਾ ਹਰ ਕੋ ਨਾਉ। ਮੈਂ ਉਸ ਤੀਰਥ ਦੇ ਉੱਤੇ ਮਲ ਮਲ ਕੇ ਨਹਾਉਂਦਾ ਹਾਂ। ਅੰਤਰਗਤ ਤੀਰਥ, ਥੱਥੇ ਨੂੰ ਸਿਆਰੀ ਹੈ, ਤੀਰਥ ਦੇ ਉੱਤੇ, ਅੰਦਰਲੇ ਤੀਰਥ ਦੇ ਉੱਤੇ ਮਲ ਕੇ ਮੈਂ ਨਹਾਉਣਾ ਚੰਗੀ ਤਰ੍ਹਾਂ, ਮੈਲ ਤਾਰਦਾ। ਝਕੋਲ ਝਕੋਲ ਕੇ, ਜਿਵੇਂ ਆਪਾਂ ਪਾਣੀ ਨੂੰ ਬੂਰ ਪਿੱਛੇ ਹਟਾ ਕੇ ਝਕੋਲ ਕੇ ਪੀਂਦੇ ਹੁੰਦੇ ਨਾ, ਐਸੇ ਤਰੀਕੇ ਨਾਲ ਝਕੋਲ ਝਕੋਲ ਕੇ ਮੈਂ ਵਿਕਾਰਾਂ ਦੀ ਮੈਲ ਨੂੰ ਤਾਰੀ ਜਾਂਦਾ ਤੇ ਅੰਦਰੋਂ ਨਾਮ ਵਿੱਚ ਰਸ ਲਈ ਜਾਂਦਾ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਗੁਣ ਤਾਂ ਸਭ ਪ੍ਰਮਾਤਮਾ ਤੇਰੇ ਹੈ, ਮੇਰੇ ਵਿੱਚ ਤਾਂ ਕੋਈ ਹੈ ਨਹੀਂ, ਮੈਂ ਨਿਰਗੁਣਾ ਹੈ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਵੀ ਨਹੀਂ ਹੋ ਸਕਦੀ। ਜੇ ਤੂੰ ਦਏਂਗਾ ਗੁਣ ਤਾਂ ਹੀ ਭਗਤੀ ਮੈਂ ਕਰ ਸਕਦਾ। ਨਾਨਕ ਨਾਮ ਮਿਲੇ ਗੁਣ ਗਾਏ। ਉਹਦੇ ਗੁਣ ਗਾਉਣੇ, ਆਪਣੇ ਆਪ ਨੂੰ ਛੋਟਾ ਕਰਨਾ ਤੇ ਉਹਨੂੰ ਵੱਡਾ ਕਰਨਾ, ਇਹ ਗੁਣ ਗਾਉਣ ਨਾਲ ਹੀ ਭਗਤੀ ਹੋ ਸਕਦੀ। ਸਵਸਤ ਆਥ ਬਾਣੀ ਬਰਮਾਓ। ਨਮਸਕਾਰ ਹੈ ਤੈਨੂੰ ਹੇ ਵਾਹਿਗੁਰੂ। ਇਹ ਜਿਹੜੀ ਮਾਇਆ ਹੈ ਜਾਂ ਬਾਣੀ ਹੈ ਬ੍ਰਹਮਾ ਵਗੈਰਾ ਦੀ, ਜਿਵੇਂ ਕਈਆਂ ਨੇ ਕਿਹਾ ਵੀ ਕੌਣ ਸ਼ਬਦ ਤੋਂ ਸੰਸਾਰ ਪੈਦਾ ਹੋਇਆ, ਕਿਸੇ ਨੇ ਕੁਛ, ਸਭ ਤੇਥੋਂ ਹੀ ਹੋਇਆ, ਬਾਕੀ ਤਾਂ ਸਭ ਦੀਆਂ ਗੱਲਾਂ ਹੈ। ਤੈਨੂੰ ਨਮਸਕਾਰ ਹੈ। ਸਤ ਸੁਹਾਨ ਸਦਾ ਮਨ ਚਾਓ। ਤੂੰ ਸਤ ਵੀ ਹੈ, ਸੁਹਾਨ ਵੀ ਹੈ, ਤੇਰੇ ਮਨ 'ਚ ਸਦਾ ਚਾਓ ਵੀ ਹੈ। ਭਾਵੇਂ ਸਤ ਨੂੰ ਜਾਣਨ ਕਰਕੇ ਮਨੁੱਖ ਦੇ ਮਨ 'ਚ ਖੇੜਾ ਆਉਂਦਾ,
ਭੁੱਖ ਪੂਰੀ ਹੋ ਜਾਂਦੀ ਹੈ ਮਨੁੱਖ ਦੀ ਜਾਣਨ ਦੀ। ਸੁਹਾਣ ਵੀ ਹੈ ਰੂਪ ਰਸ ਹੰਢਾਉਣ ਲਈ ਤੂੰ ਹਮੇਸ਼ਾ ਸੋਹਣਾ ਵੀ ਹੈ। ਸੱਚ ਦਾ ਆਨੰਦ ਸਦਾ ਮਨ ਚਾਓ। ਵਾਹਿਗੁਰੂ। ਤੇਰੇ ਅੰਦਰ ਸਦਾ ਨੇਕੀ ਰਹਿੰਦੀ ਹੈ। ਉਹੀ ਨੇਕੀ ਦੇ ਨਾਲ ਸਾਡੀ ਅਖਲਾਕੀ ਭੁੱਖ ਪੂਰੀ ਹੁੰਦੀ ਹੈ ਜਦ ਤੂੰ ਸਾਡੇ ਅੰਦਰ ਵੀ ਪ੍ਰਗਟ ਹੋ ਜਾਂਦਾ। ਤੂੰ ਸੱਚ ਦਾ ਆਨੰਦ ਹੈ। ਅੱਗੇ ਹੁਕਮ ਕਰਦੇ ਆ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਉਹ ਭਾਈ ਜਿਹੜਾ ਤੁਸੀਂ ਦੁਨੀਆ ਵਾਲੇ ਉਹ ਕਹਿ ਰਹੇ ਹੋ ਨਾ, ਕੋਈ ਕਹਿੰਦਾ ਜੀ ਸ਼ੁੱਕਰਵਾਰ ਨੂੰ ਧਰਤੀ ਬਣਾਈ, ਕੋਈ ਕਹਿੰਦਾ ਕਿਸੇ ਦਿਨ ਬਣਾਈ। ਜੇ ਕਿਸੇ ਨੂੰ ਉਸ ਵੇਲੇ ਦਾ ਪਤਾ ਹੋਵੇ ਕਿਹੜਾ ਵਕਤ ਸੀਗਾ, ਕਿਹੜਾ ਵੇਲਾ ਸੀਗਾ, ਕਵਣ ਥਿਤੀ ਸੀਗੀ, ਤਿਥੀ ਕਿਹੜੀ ਸੀਗੀ ਤੇ ਵਾਰ ਕਿਹੜਾ ਸੀਗਾ। ਕਵਣ ਸੇ ਰੁੱਤੀ ਮਾਂ ਕਵਣ, ਕਿਹੜੀ ਰੁੱਤ ਵਿੱਚ ਬਣਾਇਆ ਉਹਨੇ ਸਾਰਾ ਸੰਸਾਰ। ਮਹੀਨਾ ਕਿਹੜਾ ਸੀਗਾ, ਮਾਹ ਮਹੀਨੇ ਨੂੰ ਕਹਿੰਦੇ। ਜਿਤ ਹੋਆ ਆਕਾਰ, ਜਦੋਂ ਇਹ ਤਾਂ ਸਾਰਾ ਆਕਾਰ ਸਾਜਿਆ ਗਿਆ ਯੂਨੀਵਰਸ ਦਾ, ਉਦੋਂ ਕਿਹੜਾ ਵਕਤ, ਕਿਹੜੀ ਤਿਥੀ, ਕਿਹੜਾ ਮਹੀਨਾ, ਕਿਹੜੀ ਰੁੱਤ ਸੀਗੀ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ। ਭਾਈ ਪੰਡਤਾਂ ਨੇ ਵੀ ਇਹ ਵੇਲਾ ਨਹੀਂ ਜਾਣਿਆ ਵੀ ਕਦੋਂ ਇਹ ਹੋਇਆ ਸਾਰਾ ਕੁਛ। ਜੇ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਤਾਂ ਇੱਕ ਲੇਖ ਪੁਰਾਣਾਂ ਦੇ ਵਿੱਚ ਵੀ ਲਿਖ ਦਿੰਦੇ, ਕੋਈ ਪੁਰਾਣ ਇਸ ਵਿਸ਼ੇ ਤੇ ਵੀ ਲਿਖ ਦਿੰਦੇ। ਕਿਆਸ ਰਾਈਆਂ ਸਭ ਦੀਆਂ ਵਕਤ ਨਾ ਪਾਇਓ ਕਾਦੀਆਂ। ਕਾਜੀ ਔਰ ਕਾਦੀ ਇਹ ਦੋਹੇ ਸ਼ਬਦ ਆਉਂਦੇ ਨੇ ਲਿਖਤ ਵਿੱਚ। ਕਾਦੀ ਪਰਸ਼ੀਅਨ ਰੂਪ ਹੈ, ਕਾਜੀ ਹਿੰਦੀ ਰੂਪਾਂਤਰਣ ਹੈ। ਕਾਜ਼ੀਆਂ ਨੂੰ ਵੀ ਨਹੀਂ ਇਸ ਗੱਲ ਦਾ ਪਤਾ ਲੱਗਿਆ। ਜੇ ਪਤਾ ਹੁੰਦਾ ਤਾਂ ਕੁਰਾਨ ਦੇ ਵਿੱਚ ਇੱਕ ਲੇਖ ਉਹ ਵੀ ਲਿਖ ਦਿੰਦੇ ਇਸ ਗੱਲ ਤੇ ਵੀ ਕਦੋਂ ਧਰਤੀ ਜਾਂ ਦੁਨੀਆ ਸਾਜੀ ਗਈ ਯੂਨੀਵਰਸ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਨਾ ਜੋਗੀਆਂ ਨੂੰ ਪਤਾ ਲੱਗਿਆ ਵੀ ਕਿਹੜੀ ਤਿਥੀ ਸੀ, ਕਿਹੜਾ ਵਾਰ ਸੀਗਾ, ਕਿਹੜੀ ਰੁੱਤ ਸੀਗੀ, ਕਿਹੜਾ ਮਹੀਨਾ ਸੀਗਾ। ਕਿਸੇ ਨੂੰ ਕੋਈ ਪਤਾ ਨਹੀਂ ਭਾਈ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਜਿਹਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ, ਸਾਜੀ ਹੈ, ਉਹ ਆਪ ਹੀ ਜਾਣਦਾ ਇਸ ਗੱਲ ਨੂੰ। ਦੁਨੀਆ ਨੂੰ ਕਿਸੇ ਨੂੰ ਕੋਈ ਪਤਾ ਨਹੀਂ, ਸਭ ਕਿਆਸ ਰਾਈਆਂ। ਕਿਵ ਕਰ ਆਖਾਂ ਕਿਵ ਸਲਾਹੀ, ਕਿਵ ਵਰਨੀ ਕਿਵ ਜਾਣ। ਮੈਂ ਕਿਵੇਂ ਉਹਦੀ ਵਡਿਆਈ ਕਰਾਂ, ਕਿਵੇਂ ਉਹਦੀ ਸਿਫਤ ਸਲਾਹ ਕਰਾਂ, ਕਿਵੇਂ ਉਹਨੂੰ ਵਰਨਾ ਬਖਾਣਾ, ਕਿਵੇਂ ਜਾਣਾ। ਨਾਨਕ ਆਖਣ ਸਭ ਕੋ ਆਖਾ, ਇੱਕ ਦੂੰ ਇੱਕ ਸਿਆਣ। ਕਹਿੰਦੇ ਸਾਰੇ ਆਪਣੇ ਆਪ ਨੂੰ ਸਵਾ ਸ਼ੇਰ ਹੈ ਵੀ ਮੈਂ ਤੇਰੇ ਨਾਲੋਂ ਵੱਧ ਸਿਆਣਾ, ਬਹਿਸਾਂ ਕਰਦੇ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ। ਉਹ ਸਾਹਿਬ ਬਹੁਤ ਵੱਡਾ ਹੈ, ਉਹਦਾ ਜਿਹੜਾ ਨਾਮ ਹੈ ਉਹ ਵੀ ਬਹੁਤ ਵੱਡਾ ਹੈ, ਉਹਦਾ ਨਿਆਂ ਵੀ ਬਹੁਤ ਵੱਡਾ ਹੈ। ਦੋਨੋਂ ਤਰ੍ਹਾਂ ਹੁੰਦਾ ਨਾਈ ਸ਼ਬਦ। ਕੀਤਾ ਜਾਂ ਕਾ ਹੋਵੇ, ਉਹਦੇ ਕਰੇ ਤਾਂ ਹੁੰਦਾ ਜੋ ਕੁਛ ਹੁੰਦਾ, ਬੰਦੇ ਦੇ ਕਰੇ ਤਾਂ ਕੁਛ ਨਹੀਂ ਹੁੰਦਾ ਹੈ। ਨਾਨਕ ਜੇ ਕੋ ਆਪੋ ਜਾਣੇ। ਗੁਰੂ ਨਾਨਕ ਸਾਹਿਬ ਫਰਮਾ ਰਹੇ, ਆਪਣੇ ਆਪ ਨੂੰ ਸੰਬੋਧਨ ਕਰ ਰਹੇ ਆ ਵੀ ਜੇ ਕੋਈ ਆਪਣੇ ਆਪ ਨੂੰ ਜਾਣਦਾ ਇਸ ਗੱਲ ਨੂੰ ਬਈ ਮੈਂ ਉਹਨੂੰ ਜਾਣ ਗਿਆ ਵੀ ਉਹ ਕਿੱਡਾ ਕੁ, ਉਹ ਅੱਗੇ ਜਾ ਕੇ ਵਡਿਆਈ ਨਹੀਂ ਪਾਉਂਦਾ, ਸਗੋਂ ਦਰਗਾਹ ਦੇ ਵਿੱਚ ਉਹਦੇ ਨਾਲ ਬੁਰੀ ਹੁੰਦੀ ਹੈ ਵੀ ਤੂੰ ਆਪਣੇ ਆਪ ਨੂੰ ਸਮਝ ਕੇ ਆਇਆ ਨਾ ਵੀ ਮੈਨੂੰ ਸਾਰਾ ਕੁਛ ਪਤਾ ਹੈ, ਅੱਗੇ ਗਿਆ ਨਾ ਸੋਵੇ। ਉਹ ਅੱਗੇ ਸੋਭਾ ਨਹੀਂ ਪਾਉਂਦਾ, ਫਿਰ ਸਗੋਂ ਮਾਰ ਪੈਂਦੀ ਹੈ। ਜਿਵੇਂ ਸੁਖਮਨੀ ਸਾਹਿਬ 'ਚ ਬਚਨ ਹੈ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਗੋਬਿੰਦ ਦਾ ਭਜਨ ਨੀਵੇਂ ਹੋ ਕੇ ਹੋਣਾ ਹੈ, ਗੁਣ ਪੈਦਾ ਕਰਕੇ ਹੋਣਾ ਹੈ, ਜੋ ਪਰਮਾਤਮਾ ਕਰੂਗਾ। ਆਪਣੇ ਵੱਲੋਂ ਕਰਿਆ ਹੋਇਆ ਕੋਈ ਵੀ ਯਤਨ ਜਾਂ ਦੁਨੀਆ ਦੀ ਸਾਜਨਾ ਦਾ, ਯੂਨੀਵਰਸ ਦੀ ਸਾਜਨਾ ਦਾ ਕੋਈ ਵੀ ਪਲ ਜਾਂ ਉਹਨੂੰ ਕੋਈ ਜਾਣਨਾ, ਉਹਦੇ ਬਾਰੇ ਕੋਈ ਕਿਆਸ ਰਾਈਆਂ ਕਰਨੀਆਂ, ਇਹ ਸਭ ਗੋਰਖ ਧੰਦਾ ਹੈ। ਇਹਦੇ ਬਾਰੇ ਕੋਈ ਕੁਛ ਨਹੀਂ ਜਾਣ ਸਕਦਾ, ਕੇਵਲ ਔਰ ਕੇਵਲ ਪਰਮਾਤਮਾ ਜਾਣ ਸਕਦਾ। ਕਿਉਂਕਿ ਜਦ ਯੂਨੀਵਰਸ ਨਹੀਂ ਥਾ, ਦੁਨੀਆ ਚੰਦ ਤਾਰੇ ਵੀ ਸੂਰਜ ਵੀ ਨਹੀਂ ਤਾਂ ਉਦੋਂ ਵੀ ਉਹ ਥਾ। ਉਹ ਪਹਿਲਾਂ ਤੋਂ ਹੀ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ, ਉਹਨੇ ਸਭ ਬਣਾਇਆ ਔਰ ਅਖੀਰ ਨੂੰ ਉਸੇ ਵਿੱਚ ਸਭ ਨੇ ਲੀਨ ਹੋ ਜਾਣਾ, ਉਹਨੇ ਫਿਰ ਵੀ ਰਹਿਣਾ ਹੈ। ਉਹ ਸੱਚ ਦਾ ਆਨੰਦ ਹੈ, ਉਹ ਸਤ ਚਿੱਤ ਆਨੰਦ ਹੈ। ਸੱਚਾ ਵੀ ਹੈ, ਸਦਾ ਰਹਿਣ ਵਾਲਾ ਸਤ, ਕੌਨਸ਼ੀਅਸ ਵੀ ਹੈ, ਜਿਹਨੂੰ ਆਪਾਂ ਕਹਿੰਦੇ ਵੀ ਉਹ ਜਿੰਦਾ ਹੈ। ਆਨੰਦ ਵੀ ਹੈ, ਹਮੇਸ਼ਾ
ਖੇੜਾ, ਖੇੜੇ ਦੇ ਵਿੱਚ ਰਹਿਣ ਵਾਲਾ ਤੇ ਆਪਣੇ ਭਗਤਾਂ ਨੂੰ ਖੇੜਾ ਦੇਣ ਵਾਲਾ। ਸੱਚ ਦਾ ਆਨੰਦ ਛੋਟਾ ਸ਼ਬਦ ਬਣਾਇਆ ਹੋਇਆ ਉਸਨੂੰ, ਸੱਚ ਚੇਤ ਆਨੰਦ ਤੋਂ, ਸਤ ਸੁਹਾਣ ਸਦਾ ਮਨ ਚਾਓ। ਤੋ ਸਾਧ ਸੰਗਤ ਜੀਓ, ਇਹ ਗੁਰਬਾਣੀ ਹੈ, ਗੁਰਬਾਣੀ ਦੀ ਵਿਚਾਰ ਕਰਨੀ। ਗੁਰੂ ਸਾਹਿਬ ਦੇ ਪਿੱਛੇ ਪਿੱਛੇ ਚੱਲ ਕੇ ਥੋੜ੍ਹੀ ਬਹੁਤ ਕਰ ਸਕਦਾ ਬੰਦਾ, ਪਰ ਇਹ ਸਹੀ ਹੋਊਗੀ ਕਿ ਨਹੀਂ ਹੋਊਗੀ ਇਹ ਤਾਂ ਉਹੀ ਜਾਣਦਾ ਹੈ। ਇਹੀ ਤਾਂ ਗੱਲ ਗੁਰੂ ਸਾਹਿਬ ਫਰਮਾ ਰਹੇ ਵੀ ਬੰਦੇ ਦੀ ਲਿਮਟ ਹੈ, ਬੰਦਾ ਨਹੀਂ ਜਾਣ ਸਕਦਾ। ਕੇਵਲ ਉਹਦੀ ਕਿਰਪਾ ਦੇ ਨਾਲ ਹੀ ਥੋੜ੍ਹਾ ਬਹੁਤ, ਕਿਉਂਕਿ ਗੁਰੂ ਪਰਮਾਤਮਾ ਵਰਗਾ ਹੁੰਦਾ ਹੈ, ਗੁਰੂ ਗੋਬਿੰਦ ਰੂਪ ਹੁੰਦਾ ਹੈ। ਉਹਨਾਂ ਨੇ ਜੋ ਦੱਸਿਆ ਉਹਦੇ ਮੁਤਾਬਕ ਆਪਾਂ ਕੁਛ ਕੋਸ਼ਿਸ਼ ਕਰਦੇ ਹਾਂ ਚੱਲਣ ਦੀ, ਫਿਰ ਵੀ ਅਸੀਂ ਚੱਲ ਸਕੇ ਹਾਂ ਕਿ ਨਹੀਂ ਹੈ, ਇਹ ਵੀ ਇੱਕ ਸਵਾਲ ਹੈ। ਕਿਉਂਕਿ ਸਾਡੀ ਜਿਹੜੀਆਂ ਸਿਆਣਪਾਂ ਹੈ, ਨਾਨਕ ਆਖਣ ਸਭ ਕੋ ਆਖੈ ਇੱਕ ਤੋਂ ਇੱਕ ਸਿਆਣਾ, ਇਹ ਜਿਹੜੀਆਂ ਸਿਆਣਪਾਂ ਹੈ ਇੱਕ ਦੂਜੇ ਤੋਂ ਵਧਣੀ ਵਾਲੀਆਂ, ਇਹ ਠੀਕ ਨਹੀਂ ਹੈ। ਇਹ ਸਭ ਸਾਡਾ ਹਕੀਰਪਣਾ ਹੈ। ਸਾਡੇ ਕੋਲ ਅਸਲੀ ਸੱਚ ਪਰਮ ਸੱਚ ਨਹੀਂ ਹੈ, ਔਰ ਉਹ ਕੇਵਲ ਉਸੇ ਦੇ ਕੋਲ ਹੈ, ਜਾਂ ਗੁਰੂ ਸਾਹਿਬ ਕੋਲ ਹੈ, ਜਾਂ ਕਿਸੇ ਚੌਥੇ ਪਦ ਵਾਲੇ, ਚੌਥੇ ਗੁਣ ਵਾਲੇ ਭਗਤ ਕੋਲ ਹੁੰਦਾ। ਸਾਡੀਆਂ ਤਾਂ ਸਿਰਫ ਗੱਲਾਂ ਬਾਤਾਂ ਹੈ। ਤੋ ਮਹਾਰਾਜ ਬਖਸ਼ ਲਵੇ, ਆਪਣੀ ਕਥਾ ਨੂੰ ਆਪ ਕਰਵਾਵੇ, ਸਿਆਣਪ ਨਾ ਆਵੇ ਵਿੱਚ। ਕੋਈ ਅਪਸ਼ਬਦ ਦੀ ਖਿਮਾ, ਅਸੀਸ ਦੀ ਮੰਗ ਆਪ ਜੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦਿਓ। ਸਤਿਕਾਰ ਦੇ ਪਾਤਰ ਸਾਰੇ ਗਰੁੱਪ ਸਾਹਿਬਾਨ, ਮੈਂਬਰ ਸਾਹਿਬਾਨ, ਆਪ ਜੀ ਦੇ ਚਰਨਾਂ ਵਿੱਚ ਅਗਲੀ ਵਿਚਾਰ ਹਾਜ਼ਰ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ, ਸਹਿਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹ ਲੱਖ ਸ਼ਬਦ ਦੇਲੀ ਦੀਪਕ ਹੈ। ਸਾਧ ਸੰਗਤ ਜੀਓ, ਦੇਲੀ ਦੀਪਕ ਹੁੰਦਾ ਸੀ ਪੁਰਾਣੇ ਸਮਿਆਂ 'ਚ। ਘਰ ਦੇ ਵਿੱਚ ਇੱਕ ਐਸਾ ਦੀਵਾ, ਘੁੰਮਵਾਂ ਦੀਵਾ, ਜੇ ਅੰਦਰ ਲੋੜ ਹੈ ਅੰਦਰ ਨੂੰ ਘੁਮਾ ਲਓ, ਬਾਹਰ ਲੋੜ ਹੈ ਬਰਾਂਡੇ 'ਚ ਬਾਹਰ ਨੂੰ ਘੁਮਾ ਲਓ। ਇਹ ਦੋਹਾਂ ਪਾਸੇ ਜੁੜਦਾ। ਲੱਖਾਂ ਹੀ ਪਤਾਲ ਹੈ, ਲੱਖਾਂ ਹੀ ਆਗਾਸ ਹੈ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ, ਭਾਲ ਭਾਲ ਕੇ ਥੱਕ ਗਏ ਵੇਦ ਧਾਰਮਿਕ ਗ੍ਰੰਥ। ਇੱਕੋ ਹੀ ਗੱਲ ਕਹਿੰਦੇ ਹੋ, ਕਿਹੜੀ ਗੱਲ? ਜਿਹੜੀ ਅੱਗੇ ਆਏਗੀ। ਸਹਿਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ, 18,000 ਆਲਮ ਮੁਸਲਮਾਨੀ ਸ਼ਹਿਰਾਂ ਦੇ ਵਿੱਚ ਗਿਣੇ ਜਾਂਦੇ ਆ ਦੁਨੀਆ ਦੇ। ਕਤੇਬਾਂ ਇਹ ਗੱਲ ਫਰਮਾਉਣੀਆਂ ਵੀ 18,000 ਆਲਮ ਹੈ, ਪਰ ਅਸਲ ਵਿੱਚ ਇੱਕੋ ਹੀ ਧਾਤ ਹੈ, ਇੱਕੋ ਹੀ ਮਾਇਆ ਹੈ। ਜਿਹੜੀ ਗੱਲ ਵੇਦ ਕਹਿੰਦੇ ਉਹੀ ਕਤੇਬਾਂ ਵੀ ਕਹਿ ਰਹੀਆਂ ਵੀ ਹੈ 18,000, ਪਰ ਅਸਲ ਵਿੱਚ ਇੱਕੋ ਹੀ ਧਾਤ ਹੈ, ਇੱਕੋ ਹੀ ਮਾਇਆ ਹੈ। ਸਾਰਾ ਕੁਛ ਇਹ ਉਸੇ ਦਾ ਪਸਾਰਾ ਹੈ। ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼, ਲੇਖਾ ਜੇ ਹੋ ਸਕਦਾ ਹੋਏ ਤਾਂ ਲਿਖੀਐ, ਪਰ ਲੇਖਾ ਲਿਖਦੇ ਲਿਖਦੇ ਸਾਡਾ ਹੀ ਵਿਨਾਸ਼ ਹੋ ਜਾਂਦਾ, ਅਸੀਂ ਉਹ ਖਤਮ ਹੋ ਜਾਂਦੇ। ਇਹ ਲੇਖਾ ਨਹੀਂ ਲਿਖ ਹੁੰਦਾ ਹੈ ਕਿਸੇ ਦਾ ਵੀ, ਔਰ ਲੇਖੇ ਦੇ ਵਿੱਚ ਕਦੀ ਵੀ ਨਹੀਂ ਹੁੰਦੀ ਹੈ। ਜੇ ਸਾਡਾ ਲੇਖਾ ਰੱਬ ਕਰਨ ਲੱਗ ਜਾਵੇ ਫਿਰ ਤਾਂ ਸਾਡਾ ਆਧਾਰ ਹੋ ਹੀ ਨਹੀਂ ਸਕਦਾ, ਪਰ ਜੇ ਉਹਦੀ ਬਖਸ਼ਿਸ਼ ਹੋ ਜਾਏ ਤਾਂ ਲੇਖਾ ਮਿਟ ਜਾਂਦਾ। ਜਾਂ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਨੇ ਜਗਦੀਸ਼। ਬਿਨਾਂ ਲੇਖੇ ਤੋਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ, ਲੇਖੇ 'ਚ ਨਹੀਂ ਹੋ ਸਕਦਾ। ਪਤਾ ਨਹੀਂ ਕਿੰਨੀਆਂ ਗਲਤੀਆਂ ਕਰੀਆਂ ਹੋਈਆਂ ਔਰ ਹੋ ਰਹੀਆਂ। ਸਾਧ ਸੰਗਤ ਜੀਓ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਗੱਲ ਉੱਥੇ ਆ ਕੇ ਮੁੱਕ ਜਾਂਦੀ ਹੈ। ਫਿਰ ਵੀ ਉਸ ਵੱਡੇ ਨੂੰ ਵੱਡਾ ਆਖੀਏ ਕਿਹਾ ਜਾਂਦਾ। ਵੱਡਾ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ, ਉਹਦੇ ਬਾਰੇ ਕੋਈ ਕੁਛ ਨਹੀਂ ਜਾਣ ਸਕਦਾ। ਸਭ
ਸਿਆਣੇ ਲੋਕ ਪਚ ਗਏ, ਹਾਰ ਗਏ ਲਿਖ ਲਿਖ ਕੇ ਵੀ ਤੂੰ ਕਿਹੋ ਜਿਹਾ, ਤੂੰ ਇਹੋ ਜਿਹਾ, ਤੂੰ ਉਹੋ ਜਿਹਾ। ਅਖੀਰ ਨੂੰ ਵੇਦਾਂ ਨੇ ਵੀ ਨੇਤ ਨੇਤ ਕਹਿਤਾ, ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ ਹੈ, ਨੇਤੀ ਨੇਤੀ। ਸੋ ਉਹਦੇ ਬਾਰੇ ਚ ਕੋਈ ਕੁਛ ਵੀ ਨਹੀਂ ਜਾਣ ਸਕਦਾ। ਜੋ ਕੁਛ ਉਹਨੇ ਬਣਾਇਆ, ਉਹਦੀ ਦੁਨੀਆ ਹੈ, ਕੁਦਰਤ ਹੈ, ਉਹ ਆਪੇ ਜਾਣਦਾ ਆਪਣੀ ਕਰੀ ਹੋਈ ਨੂੰ। ਦੁਨੀਆ ਨੂੰ ਕਿਸੇ ਨੂੰ ਕੁਛ ਪਤਾ ਨਹੀਂ ਹੈ। ਸਿਆਣਪਾਂ ਲੇਖੇ ਹੈ, ਇਹ ਲੇਖੇ ਸਭ ਖਤਮ ਹੋ ਜਾਂਦੇ, ਇਹ ਅੱਖਰਾਂ ਵਿੱਚ ਹੈ ਸਭ ਲੇਖੇ, ਇਹ ਮਿਟ ਜਾਂਦੇ। ਪਰਮਾਤਮਾ ਅਮਿਟ ਹੈ, ਉਹ ਸਲਾਮਤ ਹੈ ਸਦਾ ਹੀ, ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਚਲੋ ਛੋਟੀ ਪੌੜੀ ਹੈ, ਵਿਚਾਰ ਕਰਦਿਆਂ ਕੋਈ ਅਪਸ਼ਬਦ ਨਿਕਲ ਸਕਦਾ। ਆਪ ਜੀ ਬਖਸ਼ਣਯੋਗ ਹੈ, ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਧੰਨਤਾ ਦੇ ਯੋਗ ਮੈਂਬਰ ਸਾਹਿਬਾਨ ਅਤੇ ਬਾਹਰ ਵੀ ਗਰੁੱਪ ਤੋਂ ਬਾਹਰ ਬੈਠੀ ਹੋਈ ਸਜੀ ਹੋਈ ਪਿਆਰੀ ਸਾਧ ਸੰਗਤ ਜੀ, ਅਗਲੀ ਪੌੜੀ ਦੀ ਵਿਚਾਰ ਸ਼ੁਰੂ ਹੈ, ਪ੍ਰਾਰੰਭ ਹੈ। ਸਾਲਾਹੀ ਸਾਲਾਹ ਇਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹਾ ਪਵੈ ਸਮੁੰਦ ਨ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰੈ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਵਡਿਆਈ ਕਰਦੇ ਰੱਬ ਦੀ, ਦੱਸਦੇ ਫਰਮਾਉਨੇ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ। ਸਲਾਹੁਣ ਵਾਲੇ ਵੀ ਤੈਨੂੰ ਸਲਾਹ ਸਲਾਹ ਕੇ ਥੱਕ ਜਾਂਦੇ ਆ, ਉਹਨਾਂ ਨੂੰ ਵੀ ਇਸ ਗੱਲ ਦੀ ਸੁਰਤ ਨਹੀਂ ਆਉਂਦੀ, ਗਿਆਨ ਨਹੀਂ ਆਉਂਦਾ। ਜਿਵੇਂ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀ। ਨਦੀਆਂ ਅਤੇ ਬਾੜੇ ਛੋਟੇ ਦਰਿਆ ਸਮੁੰਦਰ ਚ ਚਲੇ ਜਾਂਦੇ ਆ, ਪਰ ਸਮੁੰਦਰ ਬਾਰੇ ਜਾਣਦੇ ਤਾਂ ਕੁਛ ਨਹੀਂ ਹੈ। ਸਮਾ ਜਾਂਦੇ ਆ ਪਰ ਜਾਣਦੇ ਕੁਛ ਨਹੀਂ। ਇਸੇ ਕਰਕੇ ਜਿਹੜੇ ਸਲਾਉਣ ਵਾਲੇ ਵੀ ਹੈ ਤੈਨੂੰ, ਹਾਲਾਂਕਿ ਸਲਾਉਣੇ ਦੀ ਬਹੁਤ ਮਹਿਮਾ ਹੈ, ਸਲਾਉਣ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਨਾਨਕ ਨਾਮ ਮਿਲੇ ਗੁਣ ਗਾਏ, ਪਰ ਉਹਨਾਂ ਨੂੰ ਵੀ ਸੁਰਤ ਨਹੀਂ ਪੈਂਦੀ ਵੀ ਤੂੰ ਕਿੱਡਾ ਕਹਿ। ਜਿਵੇਂ ਵੇਦਾਂ ਨੂੰ ਨਹੀਂ ਪਈ, ਕਤੇਬਾਂ ਨੂੰ ਨਹੀਂ ਪਈ, ਸਲਾਉਣ ਵਾਲਿਆਂ ਨੂੰ ਵੀ ਇਹ ਨਹੀਂ ਉਹ ਕਹਿ ਸਕਦੇ ਵੀ ਤੇਰਾ ਅੰਤ ਇਸ ਤਰ੍ਹਾਂ ਦਾ, ਤੂੰ ਐਡਾ ਵੱਡਾ। ਨੋ, ਬਸ ਤੂੰ ਕਿੱਡਾ ਕੁ ਵੱਡਾ ਹੈ ਤੂੰ ਆਪੇ ਜਾਣਦਾ। ਸਮੁੰਦ ਸ਼ਾਹ ਸੁਲਤਾਨ, ਸਮੁੰਦਰ ਸੁਲਤਾਨ ਵਰਗਾ, ਰਾਜਿਆਂ ਦੇ ਰਾਜੇ ਵਰਗਾ, ਜਿਹਦੇ ਵਿੱਚ ਪਹਾੜਾਂ ਜਿੰਨੇ ਮਾਲ ਧਨ ਪਏ, ਰਤਨ ਛੁਪੇ ਪਏ। ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰ। ਜੇ ਕੋਈ ਬੰਦਾ ਏਡਾ ਵੱਡਾ ਵੀ ਹੋ ਜਾਏ, ਸਮੁੰਦਰਾਂ ਵਰਗਾ, ਪਹਾੜਾਂ ਜਿੱਡਾ, ਮਾਲ ਧਨ ਵੀ ਏਡਾ ਹੀ ਹੋ ਜਾਏ ਕੋਲ, ਪਰ ਜੇ ਉਹ ਖਸਮ ਦੀ ਨਿਗਾਹ ਵਿੱਚ ਨਹੀਂ ਨਾ ਆਉਂਦਾ, ਜਿਵੇਂ ਕੀੜੀ ਹੈ, ਕੀੜੀ ਨੂੰ ਅਗਰ ਉਹ ਮਨ ਤੇ ਨਹੀਂ ਵਿਸਰਦਾ ਤਾਂ ਕੀੜੀ ਉਹਦੇ ਨਾਲੋਂ ਕਿਤੇ ਵੱਡੀ ਹੈ, ਭਾਵੇਂ ਛੋਟੀ ਜਿਹੀ ਹੈ। ਤੋ ਗੱਲ ਉਹਦੇ ਮਨ ਵਿੱਚ ਆਉਣ ਦੀ ਹੈ, ਉਹਦੇ ਸਿਮਰਨ ਦੀ ਹੈ, ਉਹਦੀ ਵਡਿਆਈ ਦੀ ਹੈ, ਉਹਦੇ ਜਾਪ ਦੀ ਹੈ। ਐਡਾ ਬੜਾ ਰਾਜਾ, ਸਮੁੰਦਰਾਂ ਦਾ ਮਾਲਕ, ਪਹਾੜਾਂ ਜਿੰਨਾ ਉਹਦੇ ਕੋਲ ਮਾਲ ਧਨ ਵੀ ਹੋਵੇ, ਉਹ ਕੀੜੀ ਦੇ ਬਰਾਬਰ ਵੀ ਨਹੀਂ ਆਉਂਦਾ ਜੇ ਕੀੜੀ ਨੂੰ ਰੱਬ ਨਾ ਵਿਸਰਦਾ ਹੋਵੇ। ਕੀੜੀ ਵੱਡੀ ਹੈ, ਕਿਉਂਕਿ ਜਿਹਨੂੰ ਵਾਂ ਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ। ਜਿਹਨੂੰ ਦੁਨੀਆ ਬਹੁਤ ਛੋਟਾ ਜਿਹਾ, ਹਕੀਰ, ਤੁੱਛ ਸਮਝਦੀ ਹੋਵੇ, ਜੇ ਉਹਦੇ ਮਨ ਵਿੱਚ ਹੀ ਰੱਬ ਵਾਜੇ ਤਾਂ ਉਹ ਸਭ ਤੋਂ ਵੱਡਾ ਹੋ ਜਾਂਦਾ। ਵਾਲਮੀਕ ਜੀ ਹੋਏ ਨਹੀਂ ਕਿ ਸਧਨਾ ਨਹੀਂ ਹੋਏ। ਸੋ ਗੁਰੂ ਸਾਹਿਬ ਨੇ ਤਾਂ ਵਡਿਆਈ ਹੀ ਪਰਮਾਤਮਾ ਦੀ ਕੀਤੀ ਹੈ, ਪਰ ਇਹ ਵੀ ਨਾਲ ਕਹਿ ਦਿੱਤਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੇਰਾ। ਤੂੰ ਆਪਣੇ ਵਰਗਾ ਆਪ ਹੀ ਹੈ, ਤੇਰਾ ਕੋਈ ਸ਼ਰੀਕ ਨਹੀਂ ਹੈ, ਦੂਜਾ ਕੋਈ ਨਹੀਂ ਹੋ ਸਕਦਾ ਤੇਰੇ ਵਰਗਾ। ਪਾਉਣਾ ਤੈਨੂੰ ਠੀਕ ਹੈ, ਤੇਰੇ ਵਿੱਚ ਸਮਾ ਸਕਦਾ ਬੰਦਾ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਅਪਸ਼ਬਦ ਦੀ ਖਿਮਾ, ਅਸੀਸ ਦੀ ਮੰਗ ਦਾ ਆਸਰੇ ਦੁਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸਾਜੀ ਨਿਵਾਜੀ ਪਿਆਰੀ ਸਾਧ ਸੰਗਤ ਜੀ ਅਤੇ ਗਰੁੱਪ ਮੈਂਬਰ ਸਾਹਿਬਾਨ ਅਤੇ ਪਿਆਰੇ ਖਾਲਸਾ ਜੀਓ, ਅਗਲੀ ਪੌੜੀ ਦੀ ਵਿਚਾਰ ਹਾਜ਼ਰ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਾਹੈ, ਤਾਂ ਕਿ ਅੰਤ ਨ ਪਾਏ ਜਾਹੈ। ਇਹ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ। ਉਹਦੀਆਂ ਸਿਫਤਾਂ ਦਾ ਵੀ ਅੰਤ ਨਹੀਂ ਹੈ। ਕਿੰਨੇ ਹੀ ਲੋਕ ਕਰ ਕਰਕੇ ਚਲੇ ਜਾਂਦੇ, ਫਿਰ ਵੀ ਨਹੀਂ ਉਹ ਪੂਰੀਆਂ ਹੁੰਦੀਆਂ। ਉਹ ਕਹਿਣ ਵਿੱਚ ਵੀ ਅੰਤ ਨਹੀਂ ਆਉਂਦਾ, ਸੁਣਨ ਵਿੱਚ ਵੀ ਅੰਤ ਨਹੀਂ ਆਉਂਦਾ, ਉਹਦੇ ਦੇਣ ਵਿੱਚ ਵੀ ਅੰਤ ਨਹੀਂ ਆਉਂਦਾ, ਉਹਦੇ ਕੰਮਾਂ ਕਾਰਾਂ ਵਿੱਚ ਵੀ ਅੰਤ ਨਹੀਂ ਆਉਂਦਾ। ਉਹਦੇ ਬਾਰੇ 'ਚ ਕੋਈ ਕੁਛ ਵੀ ਨਹੀਂ ਜਾਣ ਸਕਦਾ। ਉਹਦਾ ਜਿਹੜੀ ਦਾਤ ਹੈ ਉਹਦਾ ਵੀ ਕੋਈ ਅੰਤ ਨਹੀਂ ਆਉਂਦਾ। ਲੰਦੇ ਲੰਦੇ ਥੱਕ ਜਾਂਦੇ, ਉਹ ਦੰਦਾ ਨਹੀਂ ਥੱਕਦਾ। ਦੇਂਦਾ ਦੇ ਲੈਂਦੇ ਥੱਕ ਪਾਏ। ਅੰਤ ਨਾ ਵੇਖਣ ਸੁਣਨ ਨਾ ਅੰਤ, ਨਾ ਉਹਦੇ ਵੇਖਣ ਦਾ ਅੰਤ ਆਉਂਦਾ, ਨਾ ਉਹਦੇ ਸੁਣਨ ਦਾ ਅੰਤ ਆਉਂਦਾ। ਬੇਅੰਤ ਹੈ। ਅੰਤ ਨਾ ਜਾਪੈ ਕਿਆ ਮਨ ਮੰਤ, ਨਾ ਇਹ ਪਤਾ ਲੱਗਦਾ ਹੈ ਵੀ ਉਹਦੇ ਮਨ ਵਿੱਚ ਕਿਆ ਮੰਤਰ ਚੱਲ ਰਿਹਾ, ਕਿਆ ਸਲਾਹ ਚੱਲ ਰਹੀ ਹੈ, ਕਿਉਂਕਿ ਉਹ ਕਿਸੇ ਤੋਂ ਸਲਾਹ ਲੈਂਦਾ ਹੀ ਨਹੀਂ ਹੈ, ਆਪਣੇ ਆਪ ਤੋਂ ਹੀ ਹੈ ਖੁਦ। ਕੋਈ ਉਹਦਾ ਸਲਾਹਕਾਰ ਨਹੀਂ। ਅੰਤ ਨਾ ਜਾਪੈ ਕੀਤਾ ਆਕਾਰ, ਜਿਹੜਾ ਉਹਨੇ ਇਹ ਆਕਾਰ ਬਣਾਇਆ ਹੋਇਆ ਹੈ, ਨਿਰਗੁਣ ਸਰਗੁਣ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਤਾਲ ਜਿਨ ਸਗਲੀ ਮੋਹੀ। ਇਹਦਾ ਵੀ ਕੋਈ ਅੰਤ ਨਹੀਂ ਆਉਂਦਾ। ਕਿੰਨੇ ਖੰਡ ਹੈ, ਕਿੰਨੇ ਬ੍ਰਹਿਮੰਡ ਹੈ, ਕਿਹੜੇ ਨਵਾਂ ਦੀ ਗੱਲ ਹੋ ਰਹੀ ਹੈ ਭਾਈ, ਪਤਾ ਹੀ ਨਹੀਂ ਹੈ ਕਿੰਨੇ। ਅੰਤ ਨਾ ਜਾਪੈ ਪਾਰਾਵਾਰ, ਉਹਦੇ ਉਰਵਾਰ ਦਾ ਪਤਾ ਨਹੀਂ, ਉਹਦੇ ਪਾਰਾਵਾਰ ਦਾ ਪਤਾ ਨਹੀਂ ਹੈ। ਪਰਿਵਾਰ ਉਹ ਬੇਅੰਤ ਹੈ। ਅੰਤ ਕਾਰਨ ਕੇਤੇ ਬਿੱਲਾ ਹੈ। ਕਿੰਨੇ ਹੀ ਲੋਕ ਬਿੱਲਾ ਯਾਨੀ ਚਿੰਤਾ ਕਰਦੇ ਕਰਦੇ ਚਲੇ ਗਏ, ਹੁਣ ਵੀ ਕਰ ਰਹੇ ਆ, ਬਿਲਕਦੇ ਆ, ਤਾਂ ਕਿ ਅੰਤ ਨਾ ਪਾਏ ਜਾਏ, ਪਰ ਉਹਦਾ ਅੰਤ ਨਹੀਂ ਆਉਂਦਾ। ਲੋਕਾਂ ਨੇ ਕਿਹਾ ਪਾਉਣਾ, ਜਿਹਨੂੰ ਲੋਕ ਰੱਬ ਸਮਝਦੇ ਆ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਨਹੀਂ ਜਾਣੈ ਅੰਤ, ਅਵਤਾਰਾਂ ਨੂੰ ਵੀ ਉਹਦਾ ਅੰਤ ਨਹੀਂ ਆਇਆ, ਤੇ ਸਾਨੂੰ ਕਿਵੇਂ ਆਊ ਭਾਈ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਇਹ ਜਿਹੜਾ ਉਹਦਾ ਅੰਤ ਹੈ, ਉਹਨੂੰ ਜਾਣਨ ਦਾ ਕੋਈ ਨਹੀਂ ਜਾਣ ਸਕਦਾ। ਜਿੰਨਾ ਵੀ ਕੋਈ ਕਹੂਗਾ ਉਹਨੂੰ ਐਂ ਲੱਗੂਗਾ ਵੀ ਬੱਲੇ ਬੱਲੇ, ਅਜੇ ਤਾਂ ਹੋਰ ਬਹੁਤ ਕੁਛ ਪਿਆ ਅੱਗੇ ਕਹਿਣ ਵਾਸਤੇ। ਜਿੰਨਾ ਚਿਰ ਬੰਦਾ ਥੋੜ੍ਹੇ ਗਿਆਨ 'ਚ ਹੁੰਦਾ ਹੈ, ਸ਼ੈਲੋ ਨੌਲੇਜ, ਉਹ ਸਮਝਦਾ ਹੁੰਦਾ ਮੈਨੂੰ ਸਭ ਕੁਛ ਆ ਗਿਆ। ਪਰ ਜਿਉਂ ਜਿਉਂ ਬੰਦਾ ਅੱਗੇ ਵੱਧਦਾ ਹੈ, ਉਹਨੂੰ ਜਾਣਨੇ ਦੀ ਕੋਸ਼ਿਸ਼ ਕਰਦਾ, ਫਿਰ ਇਹ ਖਿਆਲ ਪੈਦਾ ਹੋ ਜਾਂਦਾ ਅੰਦਰ ਵੀ ਅੱਗੇ ਤੋਂ ਅੱਗੇ ਪਤਾ ਹੀ ਨਹੀਂ ਕਿੰਨਾ ਕੁਛ ਹੈ। ਜਿੰਨਾ ਮੈਂ ਬਹੁਤਾ ਕਹਿ ਰਿਹਾ, ਉਸ ਤੇ ਅੱਗੇ ਬਹੁਤ ਕੁਛ ਹੋਰ ਹੈ। ਉਹ ਫਿਰ ਵਿਸ਼ਾਲਤਾ ਆ ਜਾਂਦੀ ਅੰਦਰ, ਗਿਆਨ ਦੀ ਬੇਅੰਤਤਾ ਆ ਜਾਂਦੀ ਹੈ। ਜਿਵੇਂ ਸੋਕਰੇਟਿਸ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਜੀ ਜ਼ਿੰਦਗੀ ਵਿੱਚ ਬਹੁਤ ਵਿਚਾਰਾਂ ਕਰੀਆਂ ਆਪਸ ਵਿੱਚ, ਆਪਣੇ ਮਨ ਨਾਲ ਵੀ ਲੋਕਾਂ ਨਾਲ ਵੀ, ਤੁਸੀਂ ਕਿਆ ਖੱਟਿਆ, ਕਿਆ ਤੁਹਾਨੂੰ ਗਿਆਨ ਪ੍ਰਾਪਤ ਹੋਇਆ। ਤਾਂ ਸੁਕਰਾਤ ਕਹਿੰਦਾ ਵੀ ਆਲ ਆਈ ਨੋ ਇਜ਼ ਦੈਟ ਆਈ ਨੋ ਨਥਿੰਗ। ਮੈਨੂੰ ਕੁਛ ਨਹੀਂ ਪਤਾ, ਜੋ ਮੈਂ ਜਾਣਦਾ ਉਹਦੇ 'ਚੋਂ ਇਹ ਗਿਆਨ ਪ੍ਰਗਟ ਹੋਇਆ। ਬਿਲਕੁਲ ਠੀਕ ਹੈ। ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉਹ ਪਰਮਾਤਮਾ ਬਹੁਤ ਵੱਡਾ ਹੈ, ਡਾਢਾ ਹੈ, ਉਹਦਾ ਜਗ੍ਹਾ ਵੀ ਉੱਚੀ ਹੈ। ਹੁਣ ਕੋਈ ਸਵਾਲ ਇਹ ਵੀ ਕਰ ਸਕਦਾ ਵੀ ਉਹਦੀ ਜਗ੍ਹਾ ਕਿਹੜੀ ਹੈ। ਸੱਤਵੇਂ ਅਸਮਾਨ 'ਚ
ਜਾਂ ਕਿੱਥੇ ਹੈ। ਨਹੀਂ ਭਾਈ, ਇਹ ਉਹ ਸਾਰੀ ਸ੍ਰਿਸ਼ਟੀ ਦੇ ਸਿਰ ਪਰ ਬੈਠਾ ਹੈ, ਉਹਨੇ ਸਾਜੀ ਹੋਈ ਹੈ ਸ੍ਰਿਸ਼ਟੀ, ਇਸ ਕਰਕੇ ਉਹ ਉੱਚਾ ਹੈ, ਰਵਿਆ ਹੋਇਆ ਹਰ ਜਗ੍ਹਾ ਹੈ। ਉੱਚੇ ਉੱਪਰ ਉੱਚਾ ਨਾਉ, ਵੱਡਾ ਵੀ ਹੈ, ਜਗ੍ਹਾ ਵੀ ਉੱਚੀ ਬੈਠਾ ਹੈ। ਉਹਦੇ ਵੀ ਉੱਚੀ ਗੱਲ ਇਹ ਹੈ ਵੀ ਉਹਦਾ ਨਾਉ ਵੀ ਵੱਡਾ ਹੈ। ਪਹਿਲਾਂ ਨਾਉ ਹੀ ਪ੍ਰਾਪਤ ਹੁੰਦਾ, ਉਹਦੇ ਦਰਸ਼ਨ ਤਾਂ ਬਾਅਦ 'ਚ ਹੁੰਦੇ। ਏਵੜ ਉੱਚਾ ਹੋਵੇ ਕੋਈ, ਜੇ ਕੋਈ ਇੰਨਾ ਉੱਚਾ ਹੋਵੇ, ਇੰਨੇ ਗੁਣ ਹੋਣ ਉਹਦੇ 'ਚ, ਤਿਸ ਉੱਚੇ ਕੋ ਜਾਣੇ ਸੋਏ, ਤਾਂ ਉਹਨੂੰ ਉਹ ਜਾਣ ਸਕਦਾ। ਫਿਰ ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇਹ ਸਮਝਣ ਜੈਸੀ ਬਾਤ ਹੈ। ਜਿਵੇਂ ਉਹ ਆਪਣੇ ਆਪ ਨੂੰ ਜਾਣਦਾ ਹੈ, ਬਸ ਉਹੀ ਜਾਣ ਸਕਦਾ, ਦੂਜਾ ਨਹੀਂ ਕੋਈ ਵੀ ਜਾਣ ਸਕਦਾ। ਇਹ ਸਾਰੀ ਪੌੜੀ ਸਾਧ ਸੰਗਤ ਜੀ ਉਹ ਆਪਣੇ ਆਪ ਨੂੰ ਨੀਵਾਂ ਲਿਆਉਣ ਦੀ ਹੈ, ਹਉਮੈ ਮਾਰਨ ਦੀ ਹੈ, ਤਾਂ ਕਿ ਸਾਡੀ ਉਹਦੇ ਨਾਲ ਇੱਕ ਮਿਕਤਾ ਹੋ ਸਕੇ। ਜਦੋਂ ਆਪਾਂ ਪਰਮਾਤਮਾ ਦੀ ਵਡਿਆਈ ਕਰਦੇ ਹਾਂ ਤਾਂ ਆਪਣੇ ਆਪ ਨੂੰ ਨੀਵਾਂ ਕਰਦੇ ਹਾਂ। ਆਹੀ ਮਕਸਦ ਹੁੰਦਾ ਗੁਣ ਗਾਉਣ ਦਾ। ਔਰ ਨਾਨਕ ਨਦਰੀ ਕਰਮੀ ਦਾਤ, ਇਹ ਸ਼ਬਦ ਦੋਹੇ ਇਕੱਠੇ ਵੀ ਆਉਂਦੇ, ਇਕੱਲਾ ਇਕੱਲਾ ਵੀ ਆਉਂਦਾ। ਦੋਹਾਂ ਦਾ ਮਤਲਬ ਇੱਕ ਵੀ ਹੈ, ਅਲੱਗ ਅਲੱਗ ਵੀ ਹੈ ਥੋੜ੍ਹਾ ਬਹੁਤ। ਕਿਵੇਂ ਦੇਖੋ, ਨਦਰੀ ਸ਼ਬਦ ਗੁਰੂ ਖਾਤਰ ਵੀ ਆਉਂਦਾ, ਪਰਮਾਤਮਾ ਖਾਤਰ ਵੀ ਆਉਂਦਾ। ਅਤੇ ਪ੍ਰਸਾਦ ਸ਼ਬਦ ਹੈ ਜਿਹੜਾ, ਉਹ ਗੁਰੂ ਖਾਤਰ ਵੀ ਆਉਂਦਾ, ਪਰਮਾਤਮਾ ਖਾਤਰ ਵੀ ਆਉਂਦਾ। ਜੇ ਪ੍ਰਸਾਦ ਅੰਮ੍ਰਿਤ ਛੱਤੀ ਖਾਹੈਂ, ਤਿਸ ਠਾਕਰ ਕੋ ਰਖ ਮਨ ਮਾਹੈ। ਸੁਖਮਨੀ ਸਾਹਿਬ 'ਚ ਪ੍ਰਸਾਦ ਦੀ ਪੌੜੀ ਹੈ, ਉੱਥੇ ਪਰਮਾਤਮਾ ਦੇ ਪ੍ਰਸਾਦ ਦੀ ਬਾਤ ਆਉਂਦੀ ਹੈ। ਮੂਲ ਮੰਤਰ ਦੇ ਵਿੱਚ ਗੁਰ ਪ੍ਰਸਾਦ ਦੀ ਬਾਤ ਕਹੀ ਗਈ ਹੈ। ਇਸ ਤਰ੍ਹਾਂ ਨਦਰ ਹੈ, ਨਦਰ ਪਰਮਾਤਮਾ ਦੀ ਵੀ ਹੁੰਦੀ ਹੈ, ਗੁਰੂ ਦੀ ਵੀ ਹੁੰਦੀ ਹੈ। ਇਹ ਕਰਮੀ ਸ਼ਬਦ ਜਿਹੜਾ ਹੈ, ਜੋ ਦਾਸਰੇ ਨੂੰ ਸਮਝ ਆਈ ਹੈ ਸਮੁੱਚੇ ਸਮਗਰ ਗਿਆਨ 'ਚੋਂ, ਗੁਰਬਾਣੀ ਦੇ 'ਚੋਂ, ਇਹ ਜਿਹੜਾ ਕਰਮ ਸ਼ਬਦ ਹੈ ਇਹ ਪਰਮਾਤਮਾ ਦੀ ਬਖਸ਼ਿਸ਼ ਖਾਤਰ ਆਉਂਦਾ। ਔਰ ਜਿੱਥੇ ਇਹ ਦੋਨੋਂ ਇਕੱਠੇ ਆਉਂਦੇ, ਨਦਰੀ ਕਰਮੀ ਦਾਤ, ਉੱਥੇ ਖਿਆਲ ਇਹ ਪੈਦਾ ਹੁੰਦਾ ਹੈ ਵੀ ਕਰਮ ਪਰਮਾਤਮਾ ਦਾ ਹੈ ਅਤੇ ਨਦਰ ਗੁਰੂ ਦੀ ਹੈ। ਜੇ ਪਰਮਾਤਮਾ ਵੱਲੋਂ ਹਰੀ ਝੰਡੀ ਪਹਿਲਾਂ ਮਿਲੂਗੀ ਤਾਂ ਗੁਰੂ ਦਾ ਮਿਲਾਪ ਹੋਣਾ, ਤਾਂ ਹੀ ਗੁਰੂ ਦੀ ਨਦਰ ਹੋਣੀ ਹੈ, ਗੁਰੂ ਦਾ ਪ੍ਰਸਾਦ ਹੋਣਾ। ਦੋਹਾਂ ਦੇ ਵਿੱਚ ਕੁਛ ਅੰਤਰ ਜ਼ਰੂਰ ਹੈਗਾ ਇਹਨਾਂ 'ਚ, ਸਬਜੈਕਟਿਵਲੀ, ਵੈਸੇ ਨਹੀਂ, ਅੱਖਰੀ ਅਰਥ ਇੱਕੋ ਹੀ ਹੈ। ਇਹ ਹੋਰ ਜਗ੍ਹਾ ਵੀ ਕਈ ਜਗ੍ਹਾ ਇਕੱਠੇ ਆਉਂਦੇ ਅੱਖਰ, ਜਿਵੇਂ ਵਾਹਿਗੁਰੂ, ਦਰਗਾਹ ਅਤੇ ਦਰਬਾਰ ਵਿੱਚ ਅੰਤਰ ਹੈ। ਦੋਹੇ ਭੇਦਾ ਭੇਦ ਵੀ ਹੈ, ਇੱਕ ਦੂਜੇ ਖਾਤਰ ਵੀ ਵਰਤੇ ਗਏ ਹੈ ਗੁਰਬਾਣੀ 'ਚ, ਲੇਕਿਨ ਦੋਹਾਂ ਦੇ ਵਿੱਚ ਕੁਛ ਅੰਤਰ ਵੀ ਹੈ। ਦਰਗਾਹ ਔਰ ਦਰਬਾਰ ਦੀ ਜਦੋਂ ਕੰਪੈਰੇਟਿਵ ਤੁਲਨਾ ਕਰੀ ਜਾਂਦੀ ਹੈ ਤਾਂ ਦਰਬਾਰ ਵੱਡਾ ਹੁੰਦਾ ਹੈ, ਦਰਗਾਹ ਉਸ ਤੋਂ ਛੋਟੀ ਹੁੰਦੀ ਹੈ। ਹਾਲਾਂਕਿ ਇੱਕ ਦੂਜੇ ਖਾਤਰ ਵਰਤੇ ਜਾਂਦੇ। ਦਰਗਾਹਾਂ ਆਮ ਤੌਰ 'ਤੇ ਪੀਰਾਂ ਦੀਆਂ ਹੁੰਦੀਆਂ, ਜਿਹੜੀ ਸਾਡੀ ਅੱਜ ਕੱਲ੍ਹ ਦੀ ਸੋਚ ਹੈ ਉਹਦੇ ਮੁਤਾਬਕ। ਦਰਬਾਰ ਗੁਰੂ ਦਾ ਅਤੇ ਜਾਂ ਪਰਮਾਤਮਾ ਦਾ। ਪਰ ਸੱਤੇ ਬਲਵੰਡ ਨੇ ਦਰਗਾਹ ਸ਼ਬਦ ਗੁਰੂ ਖਾਤਰ ਵੀ ਵਰਤਿਆ, ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਸੋ ਇਹ ਸਬਜੈਕਟਿਵ ਚੀਜ਼ਾਂ ਸਮਝਣ ਵਾਲੀਆਂ, ਅਰਥ ਅੱਖਰੀ ਇੱਕੋ ਹੀ ਹੈ, ਪਰ ਪਰਸਨੈਲਿਟੀ ਦਾ ਅੰਤਰ ਜ਼ਰੂਰ ਹੈ। ਇਹ ਸ਼ਬਦ ਕਈ ਜਗ੍ਹਾ ਇਕੱਠਾ ਆਇਆ, ਨਾਨਕ ਨਦਰੀ ਕਰਮੀ ਦਾਤ ਹੈ, ਇਸ ਤਰ੍ਹਾਂ ਦੀ ਵਿਚਾਰ। ਗੁਰੂ ਸਾਹਿਬ ਦੀ ਜਦ ਨਜ਼ਰ ਪੈਂਦੀ ਹੈ, ਉਹ ਕਿਵੇਂ ਪੈਂਦੀ ਹੈ? ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਤੇ ਆਏ। ਗੁਰੂ ਮਿਲਦਾ ਹੀ ਉਸੇ ਨੂੰ ਹੈ ਜਿਹਨੂੰ ਪਰਮਾਤਮਾ ਦੀ ਨਿਗਾਹ ਸਵੱਲੀ ਹੋ ਜਾਏ, ਕਰਮ ਹੋ ਜਾਏ ਜਿਹਦੇ ਉੱਤੇ। ਕਿਉਂਕਿ ਸਾਧ ਸੰਗਤ ਜੀਓ, ਗੁਰੂ ਕੋਲ ਜਾਣਾ, ਗੁਰੂ ਨੂੰ ਟੋਲ ਲੈਣਾ, ਇਹ ਹੋਰ ਗੱਲਾਂ ਨੇ, ਛੋਟੀਆਂ ਗੱਲਾਂ। ਉਹਦੇ ਮੁਤਲਕ, ਗੁਰੂ ਨੂੰ ਮਿਲਣੇ ਦੇ ਮੁਤਲਕ, ਵੈਸੇ ਤਾਂ ਇਹ ਬਹੁਤ ਵੱਡੀ ਗੱਲ ਹੈ ਗੁਰੂ ਨੂੰ ਜਾਣ ਲੈਣਾ ਹੀ। ਪਰ ਗੁਰੂ ਨੂੰ ਜਿਹੜਾ ਮਿਲਣਾ ਹੈ ਉਹ ਬਹੁਤ ਮੁਸ਼ਕਿਲ ਦੀ ਗੱਲ ਹੈ, ਉਹ ਦੁਰਲੱਭ ਗੱਲ ਹੈ, ਨਾਯਾਬ ਗੱਲ ਹੈ। ਉਸੇ ਨੂੰ ਮਿਲਦਾ ਜਿਹਦੇ ਉੱਤੇ ਪਰਮਾਤਮਾ ਦੀ ਅਪਾਰ ਕਿਰਪਾ ਹੋ ਜਾਏ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਉੱਥੇ ਵੀ ਇਹ ਸ਼ਬਦ ਇਕੱਠਾ ਆਇਆ ਹੋਇਆ। ਕਰਮ ਪਰਮਾਤਮਾ ਦਾ ਵਸ ਜੇ, ਨਦਰ ਗੁਰੂ ਦੀ ਹੋ ਜੇ, ਦੋਨੋਂ ਚੀਜ਼ਾਂ ਵਸ ਜਾਣ, ਫਿਰ ਚੌਥਾ ਪਦ ਜਾਂ ਪਰਮ ਪਦ ਬਣ ਸਕਦਾ, ਅਦਰਵਾਈਜ਼ ਨਹੀਂ ਬਣਦਾ।
ਇਹ ਸ਼ਬਦਾਂ ਨੂੰ ਹੋਰ ਗੁਰਸਿੱਖਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਵੀ ਹੋਰ ਵਿਚਾਰਿਓ ਸਮੱਗਰਤਾ ਦੇ ਤੌਰ ਤੇ। ਦੇਖੋ ਇੱਕ ਜਗ੍ਹਾ ਆਉਂਦਾ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਉੱਥੇ ਨਦਰ ਪਰਮਾਤਮਾ ਦੀ ਵੀ ਆਈ ਹੈ, ਲੇਕਿਨ ਨਦਰ ਗੁਰੂ ਦੀ ਮੋਸਟਲੀ ਆਉਂਦਾ ਗੁਰਬਾਣੀ 'ਚ। ਉਹ ਵਿਚਾਰਨ ਵਾਲੀ ਬਾਤ ਹੈ। ਵੈਸੇ ਕੋਈ ਉਂਝ ਭੇਦ ਨਹੀਂ ਹੈ, ਜਿਵੇਂ ਆਪਾਂ ਕੁਆਂਟੀਟੇਟਿਵਲੀ ਲਈਏ ਉਸ ਤਰ੍ਹਾਂ ਦਾ ਕੋਈ ਭੇਦ ਨਹੀਂ, ਕੁਆਲੀਟੇਟਿਵ ਭੇਦ ਜ਼ਰੂਰ ਹੈ। ਭੇਦਾ ਭੇਦ ਇਸੀ ਕਰਕੇ ਆਉਂਦਾ ਸ਼ਬਦ, ਹਾਲਾਂਕਿ ਸਿੱਖ ਜਗਤ ਵਿੱਚ, ਸਿੱਖ ਸਾਹਿਤ ਵਿੱਚ ਇਹ ਸ਼ਬਦ ਨਹੀਂ ਹੈ, ਪਰ ਹਿੰਦੂ ਜਿਹੜੇ ਸਾਡੇ ਵੀਰ ਹੈ ਫਲਸਫੇ ਵਾਲੇ, ਉਹ ਇਹ ਸ਼ਬਦ ਨੂੰ ਅਕਸਰ ਵਰਤਦੇ ਸਮਝਣ ਖਾਤਰ ਵੀ। ਇਹ ਸ਼ਬਦ ਵੀ ਕਿਤੇ ਕਿਤੇ ਇੱਕ ਦੂਜੇ ਖਾਤਰ ਵਰਤੇ ਗਏ ਆ, ਕਿਤੇ ਕਿਤੇ ਇਹਨਾਂ 'ਚ ਭੇਦ ਵੀ ਹੁੰਦਾ ਹੈ, ਇਸੇ ਨੂੰ ਭੇਦਾ ਭੇਦ ਕਿਹਾ ਜਾਂਦਾ। ਜਿਵੇਂ ਸ਼ਬਦ ਔਰ ਨਾਮ ਇਹ ਦੋ ਚੀਜ਼ਾਂ ਹੈ, ਦੋਹੇ ਅਲੱਗ ਅਲੱਗ ਵੀ ਹੈ, ਪਰਸਨੈਲਿਟੀ ਅਲੱਗ ਅਲੱਗ ਵੀ ਹੈ, ਪਰ ਦੋਨੋਂ ਇੱਕ ਦੂਜੇ ਦੀ ਜਗ੍ਹਾ ਵੀ ਵਰਤੇ ਜਾਂਦੇ। ਉਹੀ ਚੀਜ਼ ਇੱਥੇ ਜਪ ਔਰ ਸਿਮਰਨ ਵੀ ਇਸ ਤਰ੍ਹਾਂ ਦੀ ਉਹ ਬਾਤ ਹੈ, ਭੇਦਾ ਭੇਦ ਹੈ। ਇਸ ਕਰਕੇ ਨਦਰੀ ਕਰਮੀ ਦਾਤ ਤੋਂ ਜੋ ਦੱਸ ਰਿਹਾ ਸਮਝ ਰਿਹਾ ਹੈ, ਹੋ ਸਕਦਾ ਗਲਤ ਹੋਵੇ, ਕੋਈ ਦਾਅਵਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਕਿਉਂਕਿ ਇਹ ਫਲਸਫਾ ਹੈ। ਹਾਂ ਇਹ ਜ਼ਰੂਰ ਹੈ ਵੀ ਸਮੱਗਰਤਾ ਵਿੱਚੋਂ ਨਿਕਲੀ ਹੋਈ ਗੱਲ ਹੈ। ਜਦ ਕੋਈ ਸਮੱਗਰਤਾ 'ਚ ਵਿਚਾਰੂਗਾ ਫਿਰ ਉਹਨੂੰ ਇੱਕ ਦੋ ਤੁਕਾਂ ਤੋਂ ਵਿਚਾਰਨ ਵਾਲੇ ਨੂੰ ਉਹ ਗੱਲ ਭਿੰਨ ਨਜ਼ਰ ਜ਼ਰੂਰ ਆਊਗੀ। ਇਸ ਕਰਕੇ ਸਿਰਫ ਇਹਨਾਂ ਦਾ ਕੁਆਲੀਟੇਟਿਵ ਭੇਦ ਹੈ, ਵੈਸੇ ਨਹੀਂ ਹੈ। ਵੈਸੇ ਇੱਕੋ ਚੀਜ਼ ਹੈ। ਜਦ ਵਰਤੀਆਂ ਇੱਕ ਦੂਜੇ ਖਾਤਰ ਗਈਆਂ ਤੇ ਦੋ ਅਲੱਗ ਵੀ ਕਿਵੇਂ ਹੈ, ਲੇਕਿਨ ਹੈ ਵੀ ਸਹੀ ਹੈ। ਬਸ ਇਸ ਗੱਲ ਨੂੰ ਇਹ ਸਮਝਣ ਵਾਲੀ ਬਾਤ ਹੈ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਧੰਨਤਾ ਦਿਓਗ ਗੁਰੂ ਚਰਨਾਂ ਦੀ ਭੋਰੀ ਸਾਧ ਸੰਗਤ ਜੀਓ ਤੇ ਗਰੁੱਪ ਮੈਂਬਰ ਸਾਹਿਬਾਨ, ਅਗਲੀ ਪੌੜੀ ਹਾਜ਼ਰ ਹੈ ਵਿਚਾਰ ਲਈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੀਤੇ ਮੰਗੈ ਜੋਧ ਅਪਾਰ, ਕੀਤਿਆਂ ਗਣਤ ਨਹੀਂ ਵਿਚਾਰ। ਕੀਤੇ ਖਪ ਟੁੱਟੈ ਬੇਕਾਰ, ਕੀਤੇ ਲੈ ਲੈ ਮੁਕਰ ਪਾਏ। ਕੀਤੇ ਮੂਰਖ ਖਾਹੀ ਖਾਹੈ, ਕੀਤਿਆਂ ਦੁਖ ਭੂਖ ਸਦਮਾਰ। ਹੇ ਪਿਤਾ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖ ਨ ਸਕੈ ਕੋਇ, ਜੇ ਕੋ ਖਾਏ ਆਖਣ ਪਾਏ। ਉਹ ਜਾਣੈ ਜੇਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਪੇ ਕਈ ਕੇ, ਜਿਸਨੋ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸਨੋ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਗਰੁੱਪ ਮੈਂਬਰ ਸਾਹਿਬਾਨ, ਬਹੁਤਾ ਕਰਮ ਲਿਖਿਆ ਨਾ ਜਾਏ। ਉਹਦਾ ਐਡਾ ਜ਼ਿਆਦਾ, ਇੰਨਾ ਜ਼ਿਆਦਾ ਕਰਮ ਹੈ, ਬਖਸ਼ਿਸ਼ ਹੈ, ਉਹ ਲਿਖਿਆ ਨਹੀਂ ਜਾ ਸਕਦਾ। ਤਾਂ ਹੀ ਤਾਂ ਕਿਸੇ ਇਰਾਨੀ ਸੂਫੀ ਨੇ ਕਿਹਾ ਸੀ ਵੀ ਹੇ ਵਾਹਿਗੁਰੂ ਮੈਂ ਗਲਤੀ ਪਰ ਗਲਤੀ ਕਰੂੰਗਾ। ਕਿਸੇ ਨੇ ਪੁੱਛਿਆ ਵੀ ਭਲੇ ਲੋਕੋ ਤੁਸੀਂ ਤਾਂ ਰੱਬ ਦੇ ਬੰਦੇ, ਤੁਸੀਂ ਕਾਹਤੇ ਕਹਿੰਦੇ ਹੋ? ਕਹਿੰਦਾ ਉਹਦਾ ਬਖਸ਼ਿਸ਼ ਏਡੀ ਬੜੀ ਹੈ ਵੀ ਉਹਦਾ ਇੱਕ ਕਿਣਕਾ ਵੀ ਮੇਰੇ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ। ਗੁਨਾਹੋਂ ਪੇ ਮੇਰੀ तेरी रहमत पर नाज है, गुनाहों को मेरी तेरी रहमत पे नाज है। कि बंदा हूँ मैं तू बंदा निवाज है। सो ਇਹ ਜਿਹੜਾ ਕਰਮ ਹੈ, ਬਖਸ਼ਿਸ਼ ਹੈ, ਨਦਰ ਹੈ, ਇਹ ਲਿਖਿਆ ਨਹੀਂ ਜਾ ਸਕਦੀ। ਹਈਓ ਬਹੁਤ ਵੱਡਾ, ਕਿੱਡਾ ਕੁ ਲਿਖੋਗੇ। ਵੱਡਾ ਦਾਤਾ ਤਿਲ ਨਾ ਤਮਾਏ। ਉਸ ਦਾਤੇ ਨੂੰ ਇੱਕ ਭੋਰਾ ਵੀ ਤਮਾ ਨਹੀਂ ਹੈ। ਤਮਾ ਹੁੰਦਾ ਲਾਲਚ ਜਾਂ ਤ੍ਰਿਸ਼ਨਾ। ਇਹ ਆਮ ਸ਼ਬਦ ਪਿੰਡਾਂ 'ਚ ਵਰਤਿਆ ਜਾਂਦਾ ਵੀ ਉਹਨੂੰ ਬੜੀ ਤਮਾ ਚੜੀ ਹੋਈ ਹੈ। ਉਹ ਦਾਤਾ ਸਭ ਤੋਂ ਵੱਡਾ ਹੈ, ਭੋਰਾ ਵੀ ਉਹਨੂੰ ਤਮਾ ਨਹੀਂ ਹੈ। ਦਾਤੇ ਨੂੰ ਤਮਾ ਹੁੰਦੀ ਉਹ ਨਹੀਂ ਹੈ, ਤਮਾ ਹੁੰਦੀ ਹੈ ਜਿਹੜਾ ਦਾਤਾ ਨਾ ਹੋਵੇ ਉਹਨੂੰ। ਕੀਤੇ ਮੰਗੈ ਜੋਧ ਅਪਾਰ,
ਕਿੰਨੇ ਹੀ ਜੋਧੇ ਤੇਤੋਂ ਮੰਗਦੇ, ਕੇਤਿਆਂ ਗਣਤ ਨਹੀਂ ਵਿਚਾਰ, ਉਹ ਗਿਣੇ ਵੀ ਨਹੀਂ ਜਾ ਸਕਦੇ। ਕੇਤੇ ਖਪ ਟੁੱਟੇ ਬੇਕਾਰ, ਕਈ ਵਿਸ਼ਿਆਂ ਵਿਕਾਰਾਂ 'ਚ ਪਏ ਹੋਏ ਖਪ ਲੰਘ ਜਾਂਦੇ, ਇੱਥੋਂ ਟੁੱਟ ਜਾਂਦੇ, ਉਹਨਾਂ ਦਾ ਵੀ ਅੰਤ ਨਹੀਂ। ਕੇਤੇ ਲੈ ਲੈ ਮੁਕਰ ਪਾਹੇ, ਇਹਨੂੰ ਪਾਏ ਨਹੀਂ ਪੜ੍ਹਨਾ, ਪਾਹੇ ਬਹੁਤਿਆਂ ਦੀ ਗੱਲ ਹੋ ਰਹੀ ਹੈ। ਕਈ ਤੇਰੇ ਤੋਂ ਲੈ ਕੇ ਮੁੱਕਰ ਜਾਂਦੇ, ਜਿਹਨੂੰ ਆਪਾਂ ਗਿਰਤਕਣ ਕਹਿੰਦੇ। ਕੇਤੇ ਮੂਰਖ ਖਾਈ ਖਾਹੇ, ਕਿੰਨੇ ਹੀ ਮੂਰਖ ਖਾਈ ਜਾਂਦੇ, ਮੁੱਕਰੀ ਜਾਂਦੇ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾ। ਕਿੰਨਿਆਂ ਨੂੰ ਸਦਾ ਹੀ ਦੁੱਖ ਰਹਿੰਦਾ, ਸਦਾ ਹੀ ਭੁੱਖੇ ਰਹਿੰਦੇ ਔਰ ਸਦਾ ਹੀ ਮਾਰ ਪੈਂਦੀ ਰਹਿੰਦੀ। ਇਹ ਵੀ ਦਾਤਾ ਜੀ ਤੇਰੀ ਦਾਤ। ਦਾਤ ਕਿਵੇਂ ਹੋ ਗਈ? ਉਹ ਭਾਈ ਉਂਝ ਤਾਂ ਰੱਬ ਯਾਦ ਆਉਂਦਾ ਹੀ ਨਹੀਂ। ਐਫਲੂਐਂਸ ਵਿੱਚ ਬਹੁਤੇ ਪਦਾਰਥਾਂ ਵਿੱਚ ਰੱਬ ਕਿੱਥੇ ਯਾਦ ਆਉਂਦਾ? ਹਾਂ, ਜਦੋਂ ਕੋਈ ਗਰੀਬੀ ਆਉਂਦੀ ਹੈ, ਕੋਈ ਦੁੱਖ ਪੈਂਦਾ ਹੈ, ਫੇਰ ਬੜਾ ਯਾਦ ਆਉਂਦਾ। ਹਸਪਤਾਲਾਂ ਵਿੱਚ ਜਾ ਕੇ ਦੇਖੋ ਕਿਵੇਂ ਪਰਮਾਤਮਾ ਯਾਦ ਆਉਂਦਾ ਫਿਰ। ਸੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਦੁੱਖ ਭੁੱਖ ਔਰ ਮਾਰ ਨੂੰ ਵੀ ਦਾਤਾ, ਉਹਦੀ ਦਾਤ ਸਮਝਿਆ, ਔਰ ਹੈ ਵੀ ਸਹੀ ਹੈ ਇਹ ਹੁਕਮ ਵਿੱਚ ਆਉਣ ਦੀ ਗੱਲ। ਬੰਦ ਖਲਾਸੀ ਭਾਣੇ ਹੋਏ, ਜਿਹੜਾ ਛੁਟਕਾਰਾ ਹੈ 84 ਤੋਂ, ਜਾਂ ਇਹ 84 ਦੇ ਗੇੜ 'ਚ ਪੈਣਾ ਹੈ, ਇਹ ਭਾਣੇ ਦੇ ਅਨੁਸਾਰ ਹੁੰਦਾ, ਇਹ ਹੁਕਮ ਵਿੱਚ ਨਹੀਂ ਹੈ। ਹੁਕਮ ਵਿੱਚ ਤਾਂ ਇਹੀ ਹੈ ਵੀ ਜੰਮੀ ਜਾਓ ਤੇ ਮਰੀ ਜਾਓ। ਜੇ ਉਹਨੂੰ ਭਾ ਜਾਵੇ ਫਿਰ ਉਹ ਗੁਰੂ ਨੂੰ ਮਿਲਾ ਦਿੰਦਾ, ਕਿਸੇ ਸੰਤ ਨੂੰ ਮਿਲਾ ਦਿੰਦਾ, ਫਿਰ ਇਹ ਆਪਣੇ ਭਾਣੇ ਦੇ ਵਿੱਚ ਉਹਦਾ ਛੁਟਕਾਰਾ ਵੀ ਕਰਾ ਦਿੰਦਾ। ਛੁਟਕਾਰੇ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ, ਇਹ ਉਹਦੀ ਵਿਲ ਹੈ, ਉਹਦੀ ਰਜ਼ਾ ਹੈ। ਜੇ ਉਹ ਚਾਹੇ ਕਿਸੇ ਨੂੰ ਵੀ ਮੈਂ ਇਹਨੂੰ ਬਾਹਰ ਕੱਢਣਾ ਹੈ, ਕਿਉਂਕਿ ਜੇ ਸਾਡੇ ਲੇਖਾ ਦੇਖਿਆ ਜਾਵੇ ਤਾਂ ਲੇਖੇ 'ਚ ਕੋਈ ਵੀ ਬੰਦਾ ਛੁੱਟ ਨਹੀਂ ਸਕਦਾ। ਪਿਛਲੇ ਹੀ ਇੰਨੇ ਲੇਖ ਮਾੜੇ ਹੈ, ਹੁਣ ਇੰਨੇ ਮਾੜੇ ਹੋ ਰਹੇ ਹੈ, ਕੋਈ ਬੰਦਾ ਛੁੱਟ ਨਹੀਂ ਸਕਦਾ। ਇਹ ਉਹਦੀ ਬਖਸ਼ਿਸ਼ ਹੁੰਦੀ ਹੈ, ਜੇ ਉਹ ਕਿਸੇ ਉੱਤੇ ਪਤੀਜ ਜਾਵੇ ਤੇ ਉਹਨੂੰ ਬਖਸ਼ ਦੇਵੇ, ਕਿਸੇ ਗੁਰੂ ਸੰਤ ਦਾ ਮਿਲਾਪ ਕਰਾ ਦੇਵੇ ਔਰ ਇਸ ਖਲਾਸੀ ਚੋਂ ਕੱਢ ਦੇਵੇ ਉਹਨੂੰ। ਸਾਧ ਸੰਗਤ ਮਿਲ ਬੰਦ ਖਲਾਸੀ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕਰਿਆ ਹੋਇਆ। ਉਹਨੂੰ ਸੰਗਤ ਦੇ ਨਾਲ ਮਿਲਾ ਦੇਵੇ, ਸੱਚੀ ਸੰਗਤ ਨਾਲ। ਸੱਚੀ ਸੰਗਤ ਦੇ ਮਿਲਣ ਦੇ ਨਾਲ ਹੀ ਖਲਾਸੀ ਸੰਭਵ ਹੈ। ਹੋਰ ਆਖ ਨਾ ਸਕੈ ਕੋਏ। ਇਹ ਜਿਹੜੀ ਗੱਲ ਹੈ ਵੀ ਬੰਦ ਖਲਾਸੀ ਭਾਣੇ 'ਚ ਹੁੰਦੀ ਹੈ, ਇਸ ਤੋਂ ਬਿਨਾਂ ਹੋਰ ਕੋਈ ਵੀ ਗੱਲ ਹੈ ਨਹੀਂ, ਨਾ ਕੋਈ ਕਹਿ ਸਕਦਾ ਵੀ ਕੋਈ ਆਪਣੇ ਜ਼ੋਰ ਨਾਲ ਜੁਗਤੀ ਛੁੱਟੇ ਸੰਸਾਰ, ਵੀ ਕੋਈ ਛੁੱਟ ਜੂਗਾ। ਨੋ, ਕਿਸੇ ਕਰਮ ਵਿਸ਼ੇਸ਼ ਨਾਲ ਨਹੀਂ ਛੁੱਟ ਸਕਦਾ। ਸਿਰਫ ਔਰ ਸਿਰਫ ਉਹਦੀ ਰਜ਼ਾ ਦੇ ਵਿੱਚ, ਜੇ ਉਹ ਚਾਹੇ ਤਾਂ ਕਿਸੇ ਸੰਤ ਦਾ ਮਿਲਾਪ ਕਰਾ ਦੇਵੇ, ਸੰਗਤ ਦੇ ਨਾਲ ਜੋੜ ਦੇਵੇ ਤੇ ਸਾਡੀ ਖਲਾਸੀ ਹੋ ਸਕਦੀ। ਜੇ ਕੋ ਖਾਇਕ ਆਖਣ ਪਾਏ, ਖਾਇਕ ਦੇ ਕੱਕੇ ਨੂੰ ਔਂਕੜ ਹੈ, ਇੱਕ ਮੂਰਖ ਦੀ ਗੱਲ ਹੈ, ਅੱਗੇ ਪਾਏ ਸ਼ਬਦ ਆ ਗਿਆ ਈੜੀ ਨੂੰ ਸਿਆਰੀ ਨਾਲ। ਜੇ ਬਹੁਤੇ ਖਾਇਕ ਹੁੰਦੇ ਫਿਰ ਪਾਹੇ ਆਉਣਾ ਤਾਂ ਹਾਏ ਨਾਲ। ਜੇ ਕੋਈ ਮੂਰਖ ਇਸ ਗੱਲ ਨੂੰ ਕਹਿੰਦਾ ਆਖਦਾ ਹੈ ਤਾਂ ਉਹ ਜਾਣੇ ਜੇਤੀਆਂ ਮੂੰਹ ਖਾਏ। ਉਹਨੂੰ ਹੀ ਪਤਾ ਲੱਗੂਗਾ ਵੀ ਅੱਗੇ ਜਾ ਕੇ ਕਿੰਨੀਆਂ ਉਹਦੇ ਮੂੰਹ ਦੇ ਉੱਤੇ ਪੌਲੀਆਂ ਪੈਂਦੀਆਂ, ਜਿਹਨੂੰ ਆਪਾਂ ਆਮ ਲੈਂਗੁਏਜ ਜੁੱਤੀਆਂ ਕਹਿ ਦਿੰਦੇ। ਉਹਦੀ ਫਿਰ ਬੇਇੱਜ਼ਤੀ ਹੁੰਦੀ ਹੈ ਦਰਗਾਹ ਦੇ ਵਿੱਚ ਜਾ ਕੇ, ਜੇ ਕੋਈ ਮੂਰਖ ਹੋਰ ਕੋਈ ਗੱਲ ਕਹਿੰਦਾ ਹੈ ਵੀ ਬੰਦ ਖਲਾਸੀ ਭਾਣੇ ਤੋਂ ਬਿਨਾਂ ਹੋ ਸਕਦੀ ਹੈ। ਇਹ ਜਿਹੜੀ ਸਾਡੀ ਪੰਡਤ ਦੀ ਸੋਚ ਹੈ, ਉਹਦੇ ਬਿਲਕੁਲ ਉਲਟ ਗੱਲ ਹੈ। ਪੰਡਤ ਤਾਂ ਕਹਿੰਦਾ ਵੀ ਕਰਮ ਵਿਸ਼ੇਸ਼ ਕਰੋ, ਇਹ ਕਰੋ, ਆਹ ਕਰੋ, ਤੀਰਥਾਂ ਬਣਾਇਓ, ਦਾਨ ਪੁੰਨ ਕਰੋ। ਪਤਾ ਨਹੀਂ ਕਿੰਨੇ ਕਿਸਮ ਦੇ ਦਾਨ ਗਿਣੇ ਹੋਏ ਉਹਨੇ। ਉਸ ਤੋਂ ਬਿਲਕੁਲ ਉਲਟ ਗੱਲ ਹੈ ਵੀ ਇਹ ਹੁਕਮ ਵਿੱਚ ਉਹਦੇ ਭਾਣੇ ਵਿੱਚ ਹੋ ਸਕਦੀ ਹੈ ਗੱਲ, ਅਦਰਵਾਈਜ਼ ਨਹੀਂ ਹੋ ਸਕਦੀ। ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕਈ ਕੇ। ਉਹ ਆਪੇ ਜਾਣਦਾ ਇਸ ਗੱਲ ਨੂੰ, ਆਪੇ ਦਿੰਦਾ ਬੰਦ ਖਲਾਸੀ ਕਰਨੇ ਵਾਲੀ ਜਿਹੜੀ ਗੱਲ। ਕਈ ਇਹ ਵੀ ਗੱਲ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਵੀ ਉਹਨਾਂ ਚੋਂ ਇੱਕ ਹੈ। ਉਹਨਾਂ ਤੋਂ ਪਹਿਲਾਂ ਵੀ ਕਿਸੇ ਨੇ ਕਹੀ ਹੋਈ ਹੈ, ਹਾਲਾਂਕਿ ਟਾਮੀ ਟੱਲੀ ਗੱਲ ਹੈ।
ਪਰ ਗੁਰੂ ਸਾਹਿਬ ਨੇ ਤਾਂ ਫਿਰ ਇਹਨੂੰ ਵਿਵਿਡਲੀ ਪੇਸ਼ ਕਰ ਦਿੱਤਾ ਵੀ ਇਸ ਤੋਂ ਬਿਨਾਂ ਦੂਜੀ ਗੱਲ ਹੈ ਹੀ ਕੋਈ ਨਹੀਂ। ਬੰਦ ਖਲਾਸੀ ਉਹਦੇ ਭਾਣੇ ਵਿੱਚ ਹੈ, ਉਸ ਤੋਂ ਬਾਹਰ ਹੋ ਹੀ ਨਹੀਂ ਸਕਦੀ। ਕਿਉਂਕਿ ਜੇ ਕੋਈ ਹੋਰ ਕਰਮ ਵਿਸ਼ੇਸ਼ ਨਾਲ ਹੁੰਦੀ ਇਹਦਾ ਮਤਲਬ ਹੈ ਵੀ ਉਹ ਅਸੀਂ ਕਰ ਸਕਦੇ ਹਾਂ, ਫਿਰ ਅਸੀਂ ਰੱਬ ਤੋਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ, ਉਹਦੇ ਭਾਣੇ ਨੂੰ ਟਾਲਣਾ ਜਾਂ ਉਹਦੇ ਹੁਕਮ ਨੂੰ ਟਾਲਣਾ ਨਾ, ਇਹ ਬੰਦੇ ਦੇ ਵਾਸ ਦੀ ਗੱਲ ਨਹੀਂ। ਇਸੀ ਕਰਕੇ ਫਿਰ ਸਾਡੀ ਹਉਮੈ ਪਰ ਸੱਟ ਵੱਜਦੀ ਹੈ। ਹਉਮੈ ਤੋੜਨ ਦਾ ਹੀ ਹੁਕਮ ਹੈ ਗੁਰਬਾਣੀ 'ਚ। ਸਭ ਕੁਛ ਪਰਮਾਤਮਾ ਤੇ ਛੱਡਣਾ ਪੈਂਦਾ। ਜਿਸਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸਨੂੰ ਆਪਣੀਆਂ ਸਿਫਤ ਸਲਾਹਾਂ ਬਖਸ਼ ਦਿੰਦਾ ਹੈ। ਸਾਲਾ ਬਹੁਤੇ ਕਰਕੇ ਆਇਆ ਹੋਇਆ, ਕਿਉਂਕਿ ਔਂਕੜ ਨਹੀਂ ਹੈ। ਉਹ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ। ਦੁਨੀਆ ਦੇ ਵਿੱਚ ਰਾਜਿਆਂ ਦੀ ਕੀਮਤ ਹੈ, ਸ਼ਾਹੂਕਾਰਾਂ ਦੀ, ਪੈਸੇ ਵਾਲਿਆਂ ਦੀ ਕੀਮਤ ਹੈ, ਜਾਂ ਸਿਆਸੀ ਜਿਹਦੇ ਕੋਲ ਪਾਵਰ ਹੁੰਦੀ ਉਹਦੀ ਕੀਮਤ ਹੈ। ਪਰ ਗੁਰੂ ਪਾਤਸ਼ਾਹ ਦੀ ਨਜ਼ਰ ਵਿੱਚ ਰਾਜਿਆਂ ਦਾ ਵੀ ਰਾਜਾ ਉਹ ਹੈ ਜਿਹੜਾ ਉਹਦੀ ਸਿਫਤ ਸਲਾਹ 'ਚ ਲੱਗਿਆ ਹੋਇਆ। ਸਭ ਤੋਂ ਵੱਡੀ ਗੱਲ ਸਿੱਖੀ ਦੀ ਇਹੀ ਹੈ। ਦੁਨੀਆਦਾਰੀ ਵਾਲੀ ਕੋਈ ਗੱਲ ਵੱਡੀ ਨਹੀਂ, ਸਿਰਫ ਔਰ ਸਿਰਫ ਸਿਫਤ ਸਲਾਹ ਕਰਨੀ ਉਹਦੀ, ਉਹੀ ਵੱਡੀ। ਉਹੀ ਬੰਦਾ ਵੱਡਾ ਜਿਹੜਾ ਉਹਦੀ ਸਿਫਤ ਸਲਾਹ 'ਚ ਲੱਗਿਆ ਹੋਇਆ। ਚਾਹੇ ਕੰਗਲਾ ਵੀ ਹੋਵੇ, ਝੁੰਗੀ 'ਚ ਰਹਿੰਦਾ ਹੋਵੇ, ਖਾਣ ਨੂੰ ਵੀ ਨਾ ਹੋਵੇ, ਕੋਈ ਮਿੱਤਰ ਵੀ ਨਾ ਹੋਵੇ, ਕੋਈ ਮਿੱਤਰ ਸਾਕ ਸਭ ਛੱਡ ਗਏ ਹੋਵੇ, ਪਰ ਅਗਰ ਉਹਨੂੰ ਸਿਫਤ ਸਲਾਹ ਦਿੱਤੀ ਹੈ ਮਹਾਰਾਜ ਨੇ, ਉਹ ਰਾਜਿਆਂ ਦਾ ਵੀ ਰਾਜਾ ਹੈ। ਦਰਗਾਹ ਦੇ ਵਿੱਚ ਉਸੇ ਦੀ ਕੀਮਤ ਪੈਂਦੀ ਹੈ। ਬਾਕੀ ਜਿੰਨੇ ਵੀ ਬਿਨਾਂ ਸਿਫਤ ਸਲਾਹ ਤੋਂ ਇੱਥੋਂ ਜਾਂਦੇ ਆ, ਆਪਣੀ ਵਡਿਆਈਆਂ ਕਰਾ ਕੇ, ਦਾਨ ਪੁੰਨ ਕਰਕੇ, ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਜਮਾਂ ਦਾ ਡੰਡ ਪੈਂਦਾ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਸਾਧ ਸੰਗਤ ਜੀਓ, ਗਰੁੱਪ ਮੈਂਬਰ ਸਾਹਿਬਾਨ, ਇਹ ਜਿਹੜੀ ਵਿਚਾਰ ਦਾ ਆਸਰਾ ਕਰਦਾ ਹੈ, ਇਹ ਬਿਨਾਂ ਤਿਆਰੀ ਤੋਂ ਕਰਦਾ ਹੁੰਦਾ। ਕਿਉਂਕਿ ਜੋ ਪਿੱਛੇ 30-40 ਸਾਲਾਂ ਤੋਂ ਪੜ੍ਹਿਆ ਗੁਣਿਆ ਤਾਂ ਬਥੇਰਾ ਕੁਛ ਹੈ, ਬਸ ਉਹਦੇ ਮੁਤਾਬਕ ਜੋ ਅੰਦਰ ਬੈਠੀ ਹੁੰਦੇ ਆ ਕਨਸੈਪਟ, ਉਹਦੇ ਮੁਤਾਬਕ ਚੱਲਦਾ। ਕੋਈ ਸਾਹਮਣੇ ਟੀਕਾ ਇੱਕਣ ਦੀ ਗੱਲ ਨਹੀਂ ਹੈ ਵੀ ਸਾਰੇ ਟੀਕੇ ਪੜ੍ਹ ਕੇ ਕੋਈ ਉਹ ਫਿਰ ਓਪਰਾ ਜੇ ਗੱਲ ਹੋ ਜਾਂਦੀ ਹੈ। ਜੋ ਆਪਣੇ ਅੰਦਰ ਪ੍ਰਭਾਵ ਬਣਿਆ ਹੋਇਆ, ਜੋ ਵੀ ਸਿੱਖਿਆ ਹੁਣ ਤਾਈਂ ਮਹਾਂਪੁਰਸ਼ਾਂ ਤੋਂ, ਇੱਧਰੋਂ ਉੱਧਰੋਂ ਸੰਗਤ ਤੋਂ, ਧਾਰਮਿਕ ਗ੍ਰੰਥਾਂ ਤੋਂ, ਉਹੀ ਵਿਚਾਰ ਆਪਣੇ ਵੱਲੋਂ ਕਰਦਾ। ਕਿੰਨੀ ਕੁ ਸਹੀ ਹੈ, ਕਿੰਨੀ ਕੁ ਨਹੀਂ ਸਹੀ ਹੈ, ਇਹ ਗੁਰੂ ਮਹਾਰਾਜ ਜਾਣਦੇ ਆ। ਜਾਂ ਵਿਆਕਰਨਕ ਥੋੜ੍ਹਾ ਬਹੁਤਾ ਭਾਵ ਉਹਦੇ ਨਾਲ ਸਮਝ ਆ ਜਾਂਦੀ ਹੈ ਵੀ ਕਿੰਨੀ ਕੁ ਸਹੀ ਹੈ, ਨਹੀਂ ਸਹੀ ਹੈ। ਬਾਕੀ ਉਹਦੀਆਂ ਉਹੀ ਜਾਣੇ। ਕਿਉਂਕਿ ਜਦ ਕਹੇ ਉਹਨੂੰ ਵੱਡਾ ਦਿੱਤਾ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਔਰ ਉਹਦੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਹੈ, ਅਮੁੱਲ ਹੈ। ਤਾਂ ਫਿਰ ਇੱਕ ਤੁੱਛ ਮਾਤਰ, ਹਕੀਰ ਮਾਤਰ ਹੀ ਅਸੀਂ ਥੋੜ੍ਹੀ ਬਹੁਤ ਉਹਦੀ ਵਡਿਆਈ ਕਰ ਸਕਦੇ ਹਾਂ। ਕਰਨੀ ਤਾਂ ਬਣਦੀ ਹੈ, ਪਰ ਕਿੰਨੀ ਕੁ ਹੁੰਦੀ ਹੈ ਇਹ ਉਹੀ ਜਾਣਦਾ। ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਸਾਡੀ ਬੁੱਧੀ ਹੈ। ਬੁੱਧੀ ਕਦੇ ਵੀ ਪਰਮਾਤਮਾ ਦੇ ਰਸਤੇ ਵਿੱਚ ਜੇ ਤਾਂ ਬੁੱਧੀ ਸਾਜ਼ਗਾਰ ਹੋ ਜੇ ਤਾਂ ਚੰਗੀ ਗੱਲ ਹੈ, ਅਦਰਵਾਈਜ਼ ਤਾਂ ਬੁੱਧੀ ਭਟਕਾਉਂਦੀ ਹੈ। ਸਗੋਂ ਬੁੱਧੀ ਨਾਲ ਤਾਂ ਗੁਰਬਾਣੀ ਪੜ੍ਹ ਕੇ ਵੀ ਲੋਕ ਦੇਖੇ ਹੈ ਨਾਸਤਕ ਬਣਦੇ, ਕਿਉਂਕਿ ਹੁਕਮ ਨਹੀਂ ਹੁੰਦਾ ਉਹਨਾਂ ਨੂੰ। ਬੁੱਧੀ ਉਹਨਾਂ ਦੀ ਸਦਬੁੱਧੀ ਨਹੀਂ ਬਣਦੀ, ਜਿਹਨੂੰ ਵਿਵੇਕ ਕਹਿੰਦੇ ਆ। ਵਿਵੇਕ ਤੋਂ ਬਿਨਾਂ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ, ਅੱਖਰਾਂ ਦੇ ਨਾਲ ਸਮਝ ਨਹੀਂ ਆਉਂਦੀ। ਕਿਉਂਕਿ ਸ਼ਬਦਾਂ ਮਾਹੇ ਵਿਖਾਣੀ ਹੈ, ਬਿਰਲਾ ਤਾਂ ਬੁੱਝੇ ਕੋਇ। ਗੁਰਬਾਣੀ ਬੁੱਝਣ ਵਾਲੀ ਬਾਤ ਹੈ। ਇਹ ਮੁੰਦਾਵਣੀ ਹੈ, ਇਹ ਗੁਰੂ ਨੇ ਪਾਈ ਹੋਈ ਹੈ। ਮੁੰਦਾਵਣੀ ਦੇ ਵਿੱਚ ਅੱਖਰ ਕੁਛ ਹੋਰ ਹੁੰਦੇ, ਉਹਦਾ ਜਿਹੜਾ ਜਵਾਬ ਹੁੰਦਾ ਉਹ ਬਿਲਕੁਲ ਅੱਖਰਾਂ 'ਚ ਨਹੀਂ ਹੁੰਦਾ, ਉਹ ਬਾਹਰ ਹੁੰਦਾ। ਉਹੀ ਚੀਜ਼ ਗੁਰਬਾਣੀ ਦੇ ਮੁਤਲਕ, ਚਾਹੇ ਜਪਜੀ ਸਾਹਿਬ ਹੈ, ਚਾਹੇ ਕੋਈ ਵੀ ਬਾਣੀ ਹੈ, ਸਾਰੀ ਇੱਕੋ ਚੀਜ਼ ਹੈ। ਇਹ ਠੀਕ ਹੁੰਦਾ ਜਿਵੇਂ ਫਸਟ ਮੰਗ ਇਕੁਅਲ ਹੁੰਦਾ ਹੈ। ਜਿਵੇਂ ਜਪਜੀ ਸਾਹਿਬ ਨੂੰ ਆਪਾਂ ਜ਼ਿਆਦਾ ਸਭ ਤੋਂ ਮੂਹਰੇ ਰੱਖਦੇ ਹਾਂ ਨਿਤਨੇਮ ਵਿੱਚ ਵੀ, ਲੇਕਿਨ ਸਮਗਰ ਬਾਣੀ ਦੀ ਵਿਚਾਰ ਤੋਂ ਇਹ ਗੱਲ ਫਿਰ ਸਪਸ਼ਟ ਹੋ ਜਾਂਦੀ ਹੈ ਵੀ ਜਪਜੀ ਸਾਹਿਬ ਇਜ਼ ਓਨਲੀ ਫਸਟ ਅਮੰਗ ਇਕੁਅਲਸ। ਸਾਰੀ ਬਾਣੀ ਉਹੀ ਕੁਛ ਹੈ। ਸ਼ਬਦ ਇੱਧਰ ਉੱਧਰ ਹੋ ਸਕਦੇ ਆ ਕਿਸੇ ਲੈਂਗੁਏਜ ਦੇ, ਪਰ ਜਿਹੜੀ ਵਿੱਚ ਭਾਵਨਾ ਜਾਂ ਵਿਚਾਰ ਹੈ ਉਹ ਸੇਮ ਹੈ। ਕਿਤੋਂ ਪੜ੍ਹ ਕੇ ਦੇਖ ਲਓ, ਕੋਈ ਤੁਕ ਚੱਕ ਲਓ, ਉਹੀ ਭਾਵ ਸਾਰੀ ਬਾਣੀ ਦੇ ਵਿੱਚ ਹੈ। ਅੱਖਰ ਜ਼ਰੂਰ ਅਲੱਗ ਅਲੱਗ ਹੋ ਸਕਦੇ, ਭਾਵ ਨਹੀਂ ਅਲੱਗ ਹੋ ਸਕਦਾ ਕਦੇ ਵੀ।
ਤੋ ਉਹ ਬੁੱਝਣ ਦੀ ਜਿਹੜੀ ਗੱਲ ਹੈ ਉਹ ਸੇਮ ਹੈ। ਕਿਤੇ ਦੇਖ ਲਓ, ਚਾਹੇ ਜਾਪ ਸਾਹਿਬ ਕਰ ਲਓ, ਚਾਹੇ 12 ਮਾਹ ਕਰ ਲਓ, ਚਾਹੇ ਸ਼ਲੋਕ 12 ਤੋਂ ਵਧੇਕ ਕਰ ਲਓ, ਜਾਂ ਕਿਸੇ ਪਾਤਸ਼ਾਹ ਦੀ ਬਾਣੀ ਪੜ੍ਹ ਲਓ, ਬਾਤ ਵਨ ਐਂਡ ਦੀ ਸੇਮ ਹੈ। ਅੱਖਰਾਂ ਦਾ ਫਰਕ ਹੋ ਸਕਦਾ ਹੈ। ਤੋ ਇਹ ਗੱਲ ਬੁੱਝਣ 'ਚ ਆ ਜਾਂਦੀ ਹੈ। ਫਿਰ ਕੋਈ ਅਪਸ਼ਬਦ ਦੀ ਖਿਮਾ ਦਿਓ, ਅਸੀਸਾਂ ਵੀ ਬਹੁਤ, ਪੰਡਾ ਬੰਨ੍ਹ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵੈ ਅਮੁੱਲ ਲੈ ਜਾਹੈਂ, ਅਮੁੱਲ ਪਾਏ ਮੁੱਲਾ ਸਮਾਹੈਂ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੈਂ ਵੇਦ ਪਾਠ ਪੁਰਾਣ, ਆਖੈਂ ਪੜ੍ਹੇ ਕਰੈਂ ਵਖਿਆਣ। ਆਖੈਂ ਬਰਮੇ ਆਖੈਂ ਇੰਦ, ਆਖੈਂ ਗੋਪੀ ਤੈ ਗੋਬਿੰਦ। ਆਖੈਂ ਈਸਰ ਆਖੈਂ ਸਿੱਧ, ਆਖੈਂ ਕੇਤੇ ਕੀਤੇ ਬੁੱਧ। ਆਖੈਂ ਦਾਨਵ ਆਖੈਂ ਦੇਵ, ਆਖੈਂ ਸੁਰ ਨਰ ਮੁਨ ਜਨ ਸੇਵ। ਕੀਤੇ ਆਖੈਂ ਆਖਣ ਪਾਹੈਂ, ਕੀਤੇ ਕਹਿ ਕਹਿ ਉਠ ਉਠ ਜਾਹੈਂ। ਏਤੇ ਕੀਤੇ ਹੋਰ ਕਰੇਂ, ਤਾਂ ਆਖ ਨਾ ਸਕੈ ਕਈ ਕੇ। ਜਿਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਧੰਨ ਧੰਨ ਗੁਰੂ ਦੀ ਪਿਆਰੀ ਸਾਰੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਅਤੇ ਗਰੁੱਪ ਮੈਂਬਰ ਸਾਹਿਬਾਨ। ਪੌੜੀ ਦੀ ਵਿਚਾਰ ਹਾਜ਼ਰ ਹੈ। ਅਸਲ 'ਚ ਗੱਲ ਇਹ ਸੀ ਵੀ ਵਟਸਐਪ ਗਵਾਚ ਗਿਆ ਸੀਗਾ, ਅਪਡੇਟ ਕਰਦਿਆਂ ਫਿਰ ਉਹਨੂੰ ਪੌਣਾ ਘੰਟਾ ਲੱਗ ਗਿਆ ਠੀਕ ਕਰਦਿਆਂ। ਚਲੋ ਐਨੀ ਹਾਓ ਹੋ ਗਿਆ ਠੀਕ। ਆਪ ਜੀ ਦਾ ਮੈਸੇਜ ਵੀ ਆਇਆ ਸੀ ਭਾਈ ਰਣਜੀਤ ਸਿੰਘ ਜੀ ਤੋਂ ਹਾਜ਼ਰ ਹੈ। ਅਮੁੱਲ ਗੁਣ ਅਮੁੱਲ ਵਪਾਰ। ਪਰਮਾਤਮਾ ਦੀ ਵਡਿਆਈ ਕਰਦੇ ਹੋਏ ਬਖਸ਼ਿਸ਼ ਕਰਦੇ ਹਾਂ। ਇਹ ਵਾਹਿਗੁਰੂ ਤੇਰੇ ਗੁਣ ਵੀ ਅਮੁੱਲ ਹੈ, ਕੋਈ ਕੀਮਤ ਨਹੀਂ ਹੈ ਉਹਨਾਂ ਦੀ, ਬੇਸ਼ੁਮਾਰ ਕੀਮਤ ਐਂ ਕਹਿ ਲਓ। ਅਮੁੱਲ ਵਪਾਰ, ਤੇਰਾ ਵਪਾਰ ਵੀ ਬਹੁਤ ਅਮੁੱਲ ਹੈ। ਕਿਹੜਾ ਵਪਾਰ? ਨਾਮ ਵਾਲਾ। ਅਮੁੱਲ ਵਪਾਰੀਏ ਅਮੁੱਲ ਭੰਡਾਰ। ਜਿਹੜਾ ਤੇਰਾ ਵਪਾਰ ਕਰਦੇ ਆ ਨਾਮ ਵਾਲੇ ਮਹਾਂਪੁਰਸ਼ ਗੁਰਮੁਖ ਲੋਕ, ਉਹ ਵੀ ਅਮੁੱਲ ਹੈ। ਔਰ ਤੇਰਾ ਭੰਡਾਰਾ ਵੀ ਅਮੁੱਲ ਹੈ, ਮੁੱਕਦਾ ਹੀ ਨਹੀਂ ਤੇਰਾ ਭੰਡਾਰਾ। ਅਮੁੱਲ ਆਵੈ ਅਮੁੱਲ ਲੈ ਜਾਹੈਂ। ਅਮੁੱਲ ਇੱਥੇ ਬਹੁਵਚਨਕ ਰੂਪ 'ਚ ਆਉਂਦਾ। ਅਮੁੱਲ ਆਵੈ, ਬਹੁਤ ਸਾਰੇ ਸੰਤ ਆਉਂਦੇ ਹਨ ਔਰ ਇਸ ਅਮੁੱਲ ਵਪਾਰ ਨੂੰ ਲੈ ਕੇ ਚਲੇ ਜਾਂਦੇ। ਅਮੁੱਲ ਪਾਏ ਅਮੁੱਲਾ ਸਮਾਹੈਂ। ਤੇਰਾ ਪ੍ਰੇਮ ਵੀ ਬਹੁਤ ਅਮੁੱਲ ਹੈ, ਬੇਸ਼ਕੀਮਤੀ ਹੈ, ਔਰ ਉਹਦੇ ਵਿੱਚ ਸਮਾਉਣ ਵਾਲੇ ਵੀ ਅਮੁੱਲ ਹੈ। ਇੱਥੇ ਫਿਰ ਆਪਣੇ ਆਪ ਨੂੰ ਛੋਟਾ ਕਰਨ ਦਾ ਯਾਨੀ ਹਉਮੈ ਤੋੜਨ ਦੀ ਬਾਤ ਹੈ। ਉਹਨੂੰ ਅਮੁੱਲਾ ਕਿਹਾ ਗਿਆ, ਉਹਦੀ ਹਰ ਇੱਕ ਚੀਜ਼ ਨੂੰ। ਪਿਆਰੇ ਦੇ ਦੇਸ਼ ਤੋਂ ਆਉਣ ਵਾਲੇ ਪਸ਼ੂ ਪਰਿੰਦੇ ਉਹ ਵੀ ਚੰਗੇ ਲੱਗਦੇ ਹੁੰਦੇ ਭਾਈ। ਅਮੁੱਲ ਧਰਮ ਅਮੁੱਲ ਦੀਵਾਨ। ਤੇਰਾ ਧਰਮ ਹੈ, ਜਿਹੜਾ ਧਰਮ ਦਾ ਕਾਨੂੰਨ ਹੈ, ਉਹ ਵੀ ਬਹੁਤ ਅਮੁੱਲ ਹੈ। ਔਰ ਦੀਵਾਨ ਜਿਹੜਾ ਤੂੰ ਕਚਹਿਰੀ ਲਾਉਣਾ, ਉਹ ਵੀ ਬਹੁਤ ਅਮੁੱਲ ਹੈ। ਸਾਧ ਸੰਗਤ ਜੀਓ, ਇਹ ਜਿਹੜਾ ਧਰਮ ਰਾਜ ਦੀ ਬਾਤ ਦੀ ਆ ਰਹੀ ਹੈ ਗੱਲ, ਅੱਗੇ ਵੀ ਆਊਗੀ। ਪਰਮਾਤਮਾ ਦੀਆਂ ਦੋ ਦਰਬਾਰ ਹੈ, ਚਾਹੇ ਦਰਗਾਹਾਂ ਕਹਿ ਲਓ। ਇੱਕ ਧਰਮ ਰਾਜ ਦੀ ਹੈ ਤੇ ਇੱਕ ਪਰਮਾਤਮਾ ਦੀ ਖੁਦ ਹੈ। ਧਰਮ ਰਾਜ ਨੂੰ ਨਿਆਂ ਕਰਨ ਦੇ ਖਾਤਰ ਬਿਠਾਇਆ ਹੋਇਆ ਜੱਜ ਦੇ ਤੌਰ ਤੇ। ਉਹ ਸਾਡੇ ਚੰਗਿਆਂ ਮੰਦਿਆਂ ਦਾ ਹਿਸਾਬ ਦੇਖ ਕੇ ਫੈਸਲਾ ਦਿੰਦਾ ਹੈ, ਜਿਹਾ ਜਿਹਾ ਕਰਦੇ ਉਹੋ ਜਿਹੀ ਭਰਦੇ। ਲੇਕਿਨ ਜਿਹੜੀ ਪਰਮਾਤਮਾ ਦੀ ਆਪਣੀ ਦਰਗਾਹ ਹੈ, ਆਪਣਾ ਦਰਬਾਰ ਹੈ, ਉਹ ਨਿਆਂ ਨਹੀਂ ਕਰਦਾ ਕਦੇ ਵੀ। ਉਹ ਸਿਰਫ ਔਰ ਸਿਰਫ ਬਖਸ਼ਿਸ਼ ਕਰਦਾ। ਨਿਆਂ ਜੇ ਕਰਨ ਲੱਗ ਜੇ ਪਰਮਾਤਮਾ, ਫਿਰ ਕਿਸੇ ਦਾ ਆਧਾਰ ਨਹੀਂ ਹੋ ਸਕਦਾ। ਕੱਲ ਵੀ ਬਾਤ ਆਈ ਸੀ, ਇਹ ਪਰਮਾਤਮਾ ਕੇਵਲ ਬਖਸ਼ਿਸ਼ ਕਰਦਾ ਹੈ,
ਨਿਆਂ ਕਰਨ ਖਾਤਰ ਉਸਨੇ ਧਰਮਰਾਜ ਦੀ ਕਚਹਿਰੀ ਨਿਯੁਕਤ ਕਰੀ ਹੋਈ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ, ਤੇਰਾ ਬੱਟਾ ਵੀ ਅਮੁੱਲ ਹੈ ਤੇ ਤੇਰੀ ਤਖੜੀ ਵੀ ਅਮੁੱਲ ਹੈ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਤੇਰੀਆਂ ਬਖਸ਼ਾਂ ਵੀ ਅਮੁੱਲ ਹੈ ਤੇ ਤੇਰਾ ਜਿਹੜਾ ਨਿਸ਼ਾਨ ਪੈਂਦਾ ਹੈ। ਨਿਸ਼ਾਨ ਦੇ ਕਈ ਅਰਥ ਹੈ ਸਾਧ ਸੰਗਤ ਜੀ ਗੁਰਬਾਣੀ 'ਚ। ਇੱਕ ਤਾਂ ਮੱਥੇ ਦੇ ਉੱਤੇ ਨਿਸ਼ਾਨ ਪਿਆ ਕਰਦਾ ਹੈ, ਤੇ ਇੱਕ ਨਗਾਰੇ ਨੂੰ ਵੀ ਕਹਿੰਦੇ ਆ। ਉਹ ਸਾਰਾ ਕੁਝ ਤੇਰਾ ਅਮੁੱਲ ਹੈ। ਅਮੁੱਲ ਕਰਮ ਅਮੁੱਲ ਫਰਮਾਨ, ਤੇਰੀ ਬਖਸ਼ਿਸ਼ ਅਮੁੱਲ, ਤੇਰਾ ਫਰਮਾਨ ਵੀ ਅਮੁੱਲ, ਤੇਰਾ ਹੁਕਮ ਵੀ ਅਮੁੱਲ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਕਹਿੰਦੇ ਆ ਵੀ ਅਮੁੱਲ ਹੈ ਪਰ ਅਮੁੱਲ ਸ਼ਬਦ ਵੀ ਛੋਟਾ ਹੈ, ਕਿਉਂਕਿ ਜਿਹਦੀ ਕੋਈ ਤੁਲਨਾ ਹੀ ਨਹੀਂ ਕਰੀ ਜਾ ਸਕਦੀ ਕਿਸੇ ਸ਼ਬਦ ਨਾਲ, ਉਹਨੂੰ ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵ ਲਾਏ, ਬਥੇਰੇ ਲੋਕ ਕਹਿ ਕਹਿ ਕੇ ਲਿਵ ਲਾ ਲਾ ਕੇ ਚਲੇ ਗਏ ਹੈ। ਆਖੈਂ ਵੇਦ ਪਾਠ ਪੁਰਾਣ, ਵੇਦਾਂ ਦਾ ਪਾਠ ਪੁਰਾਣ ਇਹ ਵੀ ਸਭ ਤੈਨੂੰ ਆਖ ਰਹੇ ਹੈ। ਆਖੈਂ ਪੜ੍ਹੇ ਕਰੈਂ ਬਖਿਆਨ, ਪੜ੍ਹੇ ਹੋਏ ਬਖਿਆਨ ਕਰਦੇ ਆ ਤੇਰਾ। ਆਖੈਂ ਬਰਮੇ ਆਖੈਂ ਇੰਦ, ਆਖੈਂ ਗੋਪੀ ਤੈ ਗੋਬਿੰਦ। ਇਹ ਜਿਹੜੇ ਬਰਮੇ ਇੰਦਰ ਗੋਪੀਆਂ ਕ੍ਰਿਸ਼ਨ ਇਹ ਸਭ ਤੈਨੂੰ ਆਖ ਰਹੇ, ਤੈਨੂੰ ਧਿਆ ਰਹੇ। ਇੱਕ ਵਾਰ ਵਿਚਾਰ ਹੋਈ ਸੀ, ਕਿਸੇ ਐਡਵੋਕੇਟ ਸੀਗੇ ਤੇ ਗੁਰਬਾਣੀ ਦੇ ਥੋੜੇ ਬਹੁਤ ਗਿਆਤਾ, ਉਹਨਾਂ ਨੇ ਕਹਿੰਦੇ ਜੀ ਨਹੀਂ, ਇਹਦਾ ਅਰਥ ਇਹ ਹੈ ਵੀ ਕ੍ਰਿਸ਼ਨ ਨੂੰ ਗੋਪੀਆਂ ਗਾਉਂਦੀਆਂ। ਮੈਂ ਕਿਹਾ ਨਹੀਂ ਨਹੀਂ ਵਕੀਲ ਸਾਹਿਬ ਜੀ, ਉਦੋਂ ਅਸਲ ਦਾਸਰਾ ਨਵਾਂ ਨਵਾਂ ਲੱਗਿਆ ਸੀ, ਉਹ ਪੁਰਾਣੇ ਸੀਗੇ, ਉਹ ਸ਼ਾਇਦ ਐਂ ਵੀ ਸਮਝਦੇ ਸੀਗੇ ਵੀ ਇਹਨੂੰ ਪਤਾ ਨਹੀਂ ਹੈ। ਫਿਰ ਜਦੋਂ ਦੱਸੀ ਗੱਲ, ਉਹਨਾਂ ਨੇ ਫਿਰ ਸ਼ਾਮ ਤੱਕ ਵਿਚਾਰ ਕੇ ਆ ਕੇ ਕਹਿੰਦੇ ਡਾਕਟਰ ਸਾਹਿਬ ਯੂ ਆਰ ਰਾਈਟ। ਕਿਉਂਕਿ ਸਾਡੇ ਦਿਮਾਗ ਵਿੱਚ ਗੋਬਿੰਦ ਜਿਹੜਾ ਕ੍ਰਿਸ਼ਨ ਜੀ ਦਾ ਸਰੂਪ ਹੈ ਉਹ ਹੋਰ ਤਰੀਕੇ ਦਾ ਹੈ, ਗੁਰਬਾਣੀ 'ਚ ਹੋਰ ਤਰੀਕੇ ਦਾ, ਸਮਝਣ ਜੈਸੀ ਗੱਲ ਹੈ। ਆਖੈਂ ਗੋਪੀ ਤੈ ਗੋਬਿੰਦ, ਗੋਪੀਆਂ ਅਤੇ ਗੋਬਿੰਦ ਯਾਨੀ ਕ੍ਰਿਸ਼ਨ ਵੀ ਤੈਨੂੰ ਆਖਦੇ, ਤੈਨੂੰ ਯਾਦ ਕਰਦੇ। ਹੁਣ ਸਾਧ ਸੰਗਤ ਜੀ ਇੱਥੇ ਫੇਰ ਇੱਕ ਭੁਲੇਖਾ ਪੈਂਦਾ ਹੈ, ਜਿਵੇਂ ਗੁਣ ਗਾਵੇ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣੇ। ਇੱਥੋਂ ਇਹ ਨਹੀਂ ਸਮਝ ਲੈਣਾ ਵੀ ਇਹ ਸਹੀ ਦਿਸ਼ਾ ਦੇ ਵਿੱਚ ਕਰ ਰਹੇ ਆ। ਦਿਸ਼ਾ ਇਹਨਾਂ ਦੀ ਸਹੀ ਨਹੀਂ ਹੈ ਕਿਸੇ ਦੀ ਵੀ, ਨਾ ਬਰਮੇ ਦੀ, ਨਾ ਇੰਦਰ ਦੀ, ਨਾ ਕ੍ਰਿਸ਼ਨ ਦੀ, ਤੇ ਨਾ ਹੀ ਗੋਪੀਆਂ ਦੀ। ਇਹਨਾਂ ਦੀ ਭਗਤੀ ਡੁਅਲਟੀ ਹੈ, ਵਨਨੈਸ ਨਹੀਂ ਹੈ। ਇਸੇ ਕਰਕੇ ਸ਼ੇਸ਼ਨਾਗ ਦੀ ਵੀ ਇਸ ਤਰ੍ਹਾਂ ਹੀ ਹੈ। ਉਂਝ ਕੁੱਲ ਮਿਲਾ ਕੇ ਉਹਦੇ ਹੁਕਮ ਵਿੱਚ ਹੈ, ਇਸ ਕਰਕੇ ਯਾਦ ਤਾਂ ਉਸੇ ਨੂੰ ਕਰਦੇ, ਲੇਕਿਨ ਦਿਸ਼ਾ ਸਹੀ ਨਹੀਂ ਹੈ। ਆਖੈਂ ਈਸ਼ਰ ਆਖੈਂ ਸਿੱਧ, ਈਸ਼ਰ ਵੀ ਤੈਨੂੰ, ਸ਼ਿਵ ਜੀ ਵੀ ਤੈਨੂੰ ਆਖਦਾ ਗਾਉਂਦਾ, ਸਿੱਧ ਵੀ ਤੈਨੂੰ ਆਖਦੇ ਆ ਗਾਉਂਦੇ ਆ। ਆਖੈਂ ਕੇਤੇ ਕੀਤੇ ਬੁੱਧ, ਕਿੰਨੇ ਹੀ ਬੁੱਧੀ ਵਾਲੇ ਲੋਕ ਉਹ ਵੀ ਤੈਨੂੰ ਗਾਉਂਦੇ। ਆਖੈਂ ਦਾਨਵ ਆਖੈਂ ਦੇਵ, ਦਾਨੋ ਦੇਵਤੇ ਯਾਨੀ ਸੁਰ ਅਸੁਰ ਉਹ ਵੀ ਸਭ ਤੈਨੂੰ ਆਖਦੇ ਆ, ਤੈਨੂੰ ਗਾਉਂਦੇ। ਆਖੈਂ ਸੁਰ ਨਰ ਮੁਨ ਜਨ ਸੇਵ, ਸ੍ਰੇਸ਼ਟ ਮਨੁੱਖ ਦੇਵਤੇ ਮੁਨੀ ਜਨ ਉਹ ਵੀ ਤੇਰੀ ਸੇਵਾ ਵਿੱਚ ਹੈ। ਕੇਤੇ ਆਖੈਂ ਆਖਣ ਪਾਹੈਂ, ਪਾਹੈਂ ਬਹੁਤੇ ਹੈ। ਕੇਤੇ ਹੀ ਤੈਨੂੰ ਆਖਦੇ ਆ, ਕੇਤੇ ਹੀ ਤੇਰੀਆਂ ਗੱਲਾਂ ਕਰਦੇ ਆ, ਕੇਤੇ ਹੀ ਤੈਨੂੰ ਗਾਉਂਦੇ, ਕੇਤੇ ਕਹਿ ਕੇ ਉੱਠ ਉੱਠ ਜਾਹੈਂ। ਫਿਰ ਇੱਥੋਂ ਚਲੇ ਵੀ ਜਾਂਦੇ ਕਹਿੰਦੇ ਕਹਿੰਦੇ। ਇੱਥੇ ਕੀਤੇ ਹੋਰ ਕਰੇ, ਇੰਨਾ ਸਭ ਕੁਛ ਤਾਂ ਪਹਿਲਾਂ ਹੀ ਕਰਿਆ ਵਾ, ਬਾਕੀ ਹੋਰ ਵੀ ਕਰ ਰਿਹਾ, ਬਣਾ ਰਿਹਾ, ਸਾਜ ਰਿਹਾ। ਤਾਂ ਆਖ ਨਾ ਸਕੈਂ ਕਈ ਕੇ, ਆਖ ਨਹੀਂ ਸਕਦੇ ਉਹ ਵੀ ਕੋਈ ਕੌਣ ਹੈ, ਕੈਸਾ ਹੈ, ਕਿਵੇਂ ਹੈ, ਕਿਉਂਕਿ ਤੇਰਾ ਨਿਜ਼ਾਮ ਹੀ ਅਲੱਗ ਹੈ ਦੁਨੀਆ ਤੋਂ। ਜੇਵੜ ਭਾਵੈ ਤੇਵੜ ਹੋਏ, ਜੋ ਤੈਨੂੰ ਭਾਉਂਦਾ ਹੈ ਉਹੀ ਕੁਛ ਹੁੰਦਾ ਹੈ। ਨਾਨਕ ਜਾਣੈ ਸਾਚਾ ਸੋਏ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਜੇ ਕੋ ਆਖੈ ਬੋਲ ਵਿਗਾੜ, ਜੇ ਕੋਈ ਸਾਡੇ ਵਰਗਾ ਬੋਲ ਵਿਗਾੜ ਉਹਦੇ ਬਾਰੇ ਕੁਛ ਕਹਿੰਦਾ ਹੈ ਤਾਂ ਲਿਖੀਐ ਸਿਰ ਗਵਾਰਾਂ ਗਾਵਾ, ਤਾਂ ਉਹਨੂੰ ਗਵਾਰਾਂ ਦੇ ਸਿਰ ਦੇ ਉੱਤੇ ਗਵਾਰ ਜਿਹੜਾ ਯਾਨੀ ਮਹਾਂ ਗਵਾਰ ਹੈ ਬੰਦਾ, ਉਹ ਲਿਖਿਆ ਜਾਊਗਾ। ਗਵਾਰਾਂ ਦਾ ਵੀ ਗਵਾਰ, ਜੇ ਕੋਈ ਕਹਿੰਦਾ ਬੋਲ ਵਿਗਾੜ ਵੀ ਮੈਂ ਉਹਦੇ ਬਾਰੇ ਜਾਣ ਗਿਆ, ਮੈਂ ਉਹਦਾ ਅੰਤ ਪਾ ਲਿਆ, ਨਹੀਂ ਭਾਈ, ਸਮਾ ਸਕਦਾ ਅੰਤ ਨਹੀਂ ਪਾ ਸਕਦਾ। ਉਹ ਗਵਾਰਾਂ ਦਾ ਗਵਾਰ ਹੋਊਗਾ ਜੇ ਕੋਈ ਇਹ ਗੱਲ ਕਹਿੰਦਾ ਵੀ ਮੈਂ ਉਹਨੂੰ ਪਾ ਲਾਂਗਾ, ਮੈਂ ਉਹਦਾ ਅੰਤ ਪਾ ਲਿਆ, ਜਾਂ ਇਸ ਤਰ੍ਹਾਂ ਦੀ ਕੋਈ ਬਾਤ ਕਹਿੰਦਾ, ਉਹ ਅਮੁੱਲ ਹੈ,
ਉਹਦਾ ਸਭ ਕੁਝ ਅਮੁੱਲ ਹੈ, ਉਹ ਬੇਸ਼ਕੀਮਤੀ ਹੈ, ਉਹਦਾ ਸਭ ਕੁਝ ਬੇਸ਼ਕੀਮਤੀ ਹੈ। ਉਹਦਾ ਭੰਡਾਰਾ, ਉਹਦਾ ਧਰਮ ਰਾਜ, ਉਹਦਾ ਦੀਵਾਨ ਖੁਦ ਆਪਣਾ ਵੀ ਤੇ ਧਰਮ ਰਾਜ ਦਾ ਵੀ, ਇਹ ਸਭ ਅਮੁੱਲ ਹੈ। ਧਰਮ ਰਾਜ ਦੀ ਵੀ ਸੱਚੀ ਕਚਹਿਰੀ ਹੈ ਉਹਦੇ ਹੁਕਮ ਵਿੱਚ, ਕਿਉਂਕਿ ਉੱਥੇ ਵੀ ਕੋਈ ਰਿਸ਼ਵਤ ਨਹੀਂ ਚੱਲਦੀ। ਉਹਨੂੰ ਇੱਕੋ ਹੀ ਹੁਕਮ ਹੈ ਵੀ ਧਰਮ ਵਾਲੇ ਜਿਹੜੇ ਨਾਮ ਵਾਲੇ ਆ ਉਹ ਛੱਡ ਦੇਣੇ, ਬਾਕੀਆਂ ਪਰ ਡੰਡਾ ਫੇਰਨਾ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਨਹੀਂ ਮੰਨਦਾ ਉਹ ਹੋਰ ਚੀਜ਼ਾਂ ਨੂੰ, ਵੀ ਮੈਂ ਆਹ ਕੁਛ ਕਰਕੇ ਆਇਆ ਜੀ, ਮੈਨੂੰ ਬਖਸ਼ ਦਿਓ ਜੀ, ਮੈਂ ਦਾਨ ਪੁੰਨ ਕਰਕੇ ਆਇਆ, ਮੈਂ ਤੀਰਥ ਕਰਕੇ ਆਇਆ। ਉਹ ਕਹਿੰਦਾ ਨਹੀਂ ਭਾਈ, ਕੇਵਲ ਨਾਮ ਦੀ ਗੱਲ ਹੈ ਉਰੇ। ਮੈਨੂੰ ਹੁਕਮ ਇਹ ਹੈ ਵੀ ਨਾਮ ਵਾਲੇ ਨੂੰ ਛੱਡਣਾ ਹੈ, ਬਾਕੀਆਂ ਪਰ ਤਾਂ ਡੰਨ ਲਾਉਣਾ ਹੀ ਲਾਉਣਾ। ਤੋ ਇਹਦੇ ਵਿੱਚ ਫੇਰ ਪਰਮਾਤਮਾ ਦੀ ਬੇਅੰਤਤਾ, ਅਮੁੱਲਤਾ ਦਰਸਾਈ ਹੋਈ ਹੈ ਸਾਰੀ ਪੌੜੀ ਦੇ ਵਿੱਚ। ਬੰਦੇ ਨੂੰ ਆਪਣਾ ਆਪ ਛੋਟਾ ਨਜ਼ਰ ਆਉਣਾ ਚਾਹੀਦਾ ਹੈ ਪੜ੍ਹ ਕੇ। ਛੋਟਾ ਹੋਣ ਦਾ ਮਤਲਬ ਹੈ ਮੈਂ ਘਟਣੀ, ਟੁੱਟਣੀ। ਤੋ ਇਹ ਇੱਕ ਤਰੀਕਾ ਹੈ ਗੁਰੂ ਨਾਨਕ ਸਾਹਿਬ ਦਾ, ਵੀ ਆਪਣੀ ਮੈਂ ਘਟਾਉਣ ਖਾਤਰ ਸਾਨੂੰ ਇਹ ਸੇਧ ਦਿੱਤੀ ਹੋਈ ਹੈ ਵੀ ਉਹਦੀਆਂ ਵਡਿਆਈਆਂ ਕਰੋ। ਨਾਨਕ ਨਾਮ ਮਿਲੇ ਗੁਣ ਗਾਏ, ਜੇ ਉਹਦੇ ਗੁਣ ਗਾਵਾਂਗੇ ਤਾਂ ਨਾਮ ਪ੍ਰਾਪਤ ਹੋ ਜਾਊਗਾ, ਨਹੀਂ ਤਾਂ ਨਹੀਂ ਹੋ ਸਕਣਾ। ਨਾਮ ਪ੍ਰਾਪਤ ਹੋਣ ਤੋਂ ਬਾਅਦ ਹੀ ਦਰਸ਼ਨ ਹੈ ਅੱਗੇ ਪਰਮਾਤਮਾ ਦੇ। ਇਹ ਪਹਿਲਾ ਸਟੈਪ ਹੈ ਜਿਹੜਾ ਨਾਮ ਦੀ ਪ੍ਰਾਪਤੀ ਹੈ, ਗੁਰੂ ਵੱਲੋਂ ਬਖਸ਼ਿਸ਼ ਹੁੰਦੀ ਹੈ ਜਿਹੜੀ। ਤੋ ਜਦੋਂ ਦਰਸ਼ਨ ਹੋ ਗਏ ਫਿਰ ਪਰਮ ਪਦ ਦੀ ਪ੍ਰਾਪਤੀ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।